ਤੁਹਾਡੀ ਪੁਰਾਣੀ ਜਿਹੜੀ ਆਪਾਂ ਕਹਿ ਸਕਦੇ ਹਾਂ ਤੁਹਾਡੇ ਬੋਰਡ ਜਾਂ ਤੁਹਾਡੇ ਪਾਰਟੀ ਦੇ ਲੀਡਰ ਉਹ ਜਿਸ ਤਰੀਕੇ ਨਾਲ ਛੱਡ ਕੇ ਜਾ ਰਹੇ ਨੇ, ਲੱਗਦਾ ਕਿ ਇਸ ਦਾ ਪਾਰਟੀ ਨੂੰ ਨੁਕਸਾਨ ਔਰ ਕਿਤੇ ਨਾ ਕਿਤੇ ਇਹ ਇੱਕ ਬੈਕਫੁੱਟ ਦੇ ਉੱਤੇ ਆਉਂਦੇ ਹੋਏ ਨਜ਼ਰ ਆਊ? ਨਹੀਂ, ਜੋ ਸਾਡੀ ਪਿੱਛੇ ਪੋਜੀਸ਼ਨ ਜਿਹੜੀ ਖਰਾਬ ਹੋਈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਲਈ ਇਹ ਜ਼ਿੰਮੇਵਾਰ ਨੇ। 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਆਈਆਂ, ਹਾਲਾਂਕਿ ਉਦੋਂ ਤੁਹਾਡੇ ਕੋਲ ਸ਼ਾਇਦ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਕੋਲ ਦੇ ਪ੍ਰਤੀ ਕੁਝ ਨਹੀਂ ਸੀਗਾ, ਪਰ ਹੁਣ ਇਹ 3 ਮਹੀਨੇ ਦਾ ਹਨੀਮੂਨ ਪੀਰੀਅਡ ਜੋ ਆਮ ਆਦਮੀ ਪਾਰਟੀ ਦਾ ਰਿਹਾ, ਲੱਗਦਾ ਕਿ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਸੀਂ ਸਰਕਾਰ ਦੇ ਖਿਲਾਫ ਲੈ ਕੇ ਲੋਕਾਂ ਦੇ ਵਿੱਚ ਜਾਣ ਵਾਲੇ ਹੈਗੇ ਹੋ। ਕਹਿੰਦੇ ਤੁਸੀਂ ਨੇ ਵੀ ਸੁਣੇ ਹੋਣਗੇ, ਮੈਂ ਵੀ ਸੁਣੇ ਨੇ, ਯਾਰ ਬਦਲਾਅ ਚਾਹੀਦਾ, ਚੇਂਜ ਕਰਨਾ। ਚੇਂਜ ਸਿਰਫ ਗੱਲਾਂ ਨਾਲ ਨਹੀਂ ਆਉਂਦਾ, ਝੂਠੇ ਵਾਅਦਿਆਂ ਨਾਲ ਨਹੀਂ ਆਉਂਦਾ। ਬਦਲਾਅ ਤਾਂ ਇੱਕ ਸੋਚ ਨੂੰ ਬਦਲ ਕੇ ਆਉਂਦਾ। ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਵਿਰੋਧੀ ਧਿਰ ਦੇ ਆਏ ਮੁਲਾਕਾਤ ਕਰਨ ਦੇ ਲਈ ਸੀਐਮ ਹਾਊਸ ਦੇ ਵਿੱਚ, ਔਰ ਮੁਲਾਕਾਤ ਵੀ ਕਹਿੰਦੇ ਉਹਨਾਂ ਨੇ ਭ੍ਰਿਸ਼ਟ ਮੰਤਰੀ ਦੇ ਖਿਲਾਫ ਕਹਿੰਦੇ ਉਹ ਸਿਫਾਰਿਸ਼ ਕਰਨ ਆਏ ਕਿ ਉਸ ਦੇ ਉੱਤੇ ਕਾਰਵਾਈ ਨਾ ਕਰੋ। ਕਦੇ ਲੈਂਗੁਏਜ ਤੁਸੀਂ ਸੀਐਮ ਸਾਹਿਬ ਦੀ ਕਦੇ ਲੈਂਗੁਏਜ ਦੇਖੀ ਆ ਟਵੀਟਸ ਦੀ ਜਾਂ ਕਿਸੇ ਦੀ? ਹੁਣ ਅਸੀਂ ਤਾਂ ਵਿਰੋਧੀ ਧਿਰ ਆ, ਅਸੀਂ ਤਾਂ ਮੰਗ ਕਰਨੀ ਆ ਨਾ। ਸਾਡਾ ਨੌਜਵਾਨ ਚਲਿਆ ਗਿਆ, ਅਸੀਂ ਉਹਦੇ ਬਾਰੇ ਕਿਉਂ ਨਾ ਮੰਗ ਕਰੀਏ, ਉਹਦੇ ਇਨਸਾਫ ਲਈ, ਠੀਕ ਹੈ ਨਾ? ਉਹਨਾਂ ਦਾ ਪਰਿਵਾਰ ਕਹਿ ਰਿਹਾ ਕੁਝ ਕਹਿੰਦੇ ਸਾਡੀ ਤਾਂ ਨਹੀਂ ਹੈ, ਕਹਿੰਦੇ 2 ਮਹੀਨੇ 'ਚ ਤਾਂ ਕਹਿੰਦੇ ਅਸੀਂ ਗੈਂਗਸਟਰ ਖੜੇ ਨਹੀਂ ਕਰਤੇ, ਕਹਿੰਦੇ ਦੇਣ ਅਕਾਲੀਆਂ ਕਾਂਗਰਸ ਦੀਆਂ ਦੀ ਇਹ ਤੁਹਾਡੇ ਉੱਤੇ ਸਵਾਲ ਖੜੇ ਕਰਦੇ। ਕਿਵੇਂ ਲੋਕ ਸਭਾ ਦੇ ਵਿੱਚ ਤੁਸੀਂ ਮੁੱਦਿਆਂ ਨੂੰ ਲੈ ਕੇ ਜਾਓਗੇ, ਕੀ ਵਾਅਦੇ ਤੁਸੀਂ ਲੋਕਾਂ ਨਾਲ ਕਰਦੇ? ਮੁੱਦਿਆਂ ਨੂੰ ਚੱਕਣਾ ਤੇ ਮੁੱਦਿਆਂ ਦਾ ਹੱਲ ਕਰਨਾ, ਇਹ ਦੋ ਚੀਜ਼ਾਂ ਬਹੁਤ ਡਿਫਰੈਂਟ ਨੇ। ਜਦੋਂ ਟੋਲ ਪਲਾਜ਼ੇ ਦੀ ਲੜਾਈ ਮੈਂ ਲੜ ਰਿਹਾ ਸੀ 2014 ਤੋਂ, ਤਾਂ ਸਰਦਾਰ ਭਗਵੰਤ ਸਿੰਘ ਮਾਨ ਇੱਥੋਂ ਹੀ ਮੈਂਬਰ ਪਾਰਲੀਮੈਂਟ ਸੀ। ਇੱਕ ਵਾਰ ਵੀ ਉਹਨੇ ਹੱਕ ਦਾ ਨਾਅਰਾ ਮਾਰਿਆ ਹੋਵੇ ਲੋਕਾਂ ਲਈ? ਕਹਿੰਦੇ ਸੀਐਮ ਸਾਹਿਬ ਨੇ ਬਹੁਤ ਗ੍ਰਾਂਟਾਂ ਲੈ ਕੇ ਆਏ, ਵਿਦੇਸ਼ਾਂ ਤੋਂ ਬੱਚੇ ਨੂੰ ਬਹੁਤ ਇੱਥੇ ਪੰਜਾਬ ਦੇ ਵਿੱਚ ਵਾਪਸ ਮੋੜਿਆ, ਪਿੰਡ ਵੀ ਜਿਹੜਾ ਉਹਨਾਂ ਨੇ ਅਡਾਪਟ ਕੀਤਾ ਹੋਇਆ ਸੀ। ਕੀ ਗਰਾਊਂਡ ਰਿਪੋਰਟ ਕੀ? ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਧੂਰੀ ਵਾਲਿਆਂ ਨਾਲ ਲੋਕ ਫੋਟੋਆਂ ਖਿਚਾਉਣਾ ਆਇਆ ਕਰਨਗੇ। ਹੁਣ ਕੱਲ ਸਾਡੇ ਬੀਜੇਪੀ ਵਾਲੇ ਉਮੀਦਵਾਰ ਨੇ ਕਹਿਤਾ ਵੀ ਸੰਗਰੂਰ 'ਚ ਹਵਾਈ ਅੱਡਾ ਬਣਾਵਾਂਗੇ। ਹੁਣ ਉਹ ਸਿੱਧਾ ਹੀ ਸੌਖਾ ਕਰਤਾ, ਸਿੱਧਾ ਬਾਹਰੋਂ ਸਾਡੇ ਨੌਜਵਾਨ ਉਰੇ ਆਇਆ ਕਰਨਗੇ, ਉਰੋਂ ਧੂਰੀਆਂ ਫੋਟੋ ਖਿਚਾ ਕੇ ਉਹ ਫੇਰ ਵਗ ਜਾ ਕਰਨਗੇ। ਬੀਜੇਪੀ ਦੀ ਕੇਂਦਰ ਦੀ ਮੈਂ ਗੱਲ ਕਰ ਰਿਹਾ, ਕੇਵਲ ਢਿੱਲੋਂ ਕਹਿੰਦੇ ਕਿ ਪਾਰਟੀ ਦੇ ਵਿੱਚ ਉਹਨਾਂ ਦਾ ਮਕਸਦ ਜਿੱਤਣਾ ਨਹੀਂ ਹੈ, ਕਾਂਗਰਸ ਨੂੰ ਵੀਕਨ ਕਰਨ ਦਾ ਹੈ, ਕਮਜ਼ੋਰ ਕਰਨ ਦਾ ਹੈ, ਕਾਂਗਰਸ ਮੁਕਤ ਪੰਜਾਬ ਕਰਨਾ ਹੈ, ਭਾਰਤ ਬਣਾਉਣਾ ਜੋ ਨਾਰਾ ਦਿੱਤਾ ਹੈ। ਸ਼ਰਮ ਜੀ ਆਉਂਦੀ ਹੈ ਇਹ ਗੱਲ ਤੇ। ਕਿੱਥੇ ਵਿਚਾਰਧਾਰਾ ਰਹੇਗੀ ਤੁਹਾਡੀ? ਸਾਰਾ ਤੁਸੀਂ ਸਰਕਾਰਾਂ ਦੇ ਵਿੱਚ ਸਭ ਕੁਝ ਹੰਢਾਇਆ, ਅੱਜ ਤੁਸੀਂ ਮੌਕਾ ਛੱਡ ਕੇ, ਜਦੋਂ ਲੋੜ ਸੀ ਪਾਰਟੀ ਨੂੰ, ਅੱਜ ਤੁਸੀਂ ਛੱਡ ਕੇ ਭੱਜਦੇ ਹੋ। ਬੰਦਾ ਤਾਂ ਅਸਲੀ ਉਹ ਹੁੰਦਾ ਜਿਹੜਾ ਔਖੇ ਸਮੇਂ ਕੰਮ ਆਵੇ। ਕਾਂਗਰਸ ਕਿਉਂ ਨਹੀਂ ਇਸ ਚੀਜ਼ ਨੂੰ ਕੰਟਰੋਲ ਕਰ ਪਾਈ? 4 ਸਾਬਕਾ ਮੰਤਰੀ ਜਾਣੇ, ਆਪਣੇ ਆਪ ਦੇ ਵਿੱਚ ਇੱਕ ਵੱਡਾ ਆਪਾਂ ਘਾਟਾ ਕਹਿ ਸਕਦੇ ਹਾਂ। ਗੋਲਡੀ ਜੀ, ਜਿਹੜਾ ਵੀ ਪੱਤਰਕਾਰ ਭਾਈ ਆਉਂਦਾ ਸੀ ਉਹਨੂੰ ਹਰੇਕ ਅਗਲਾ ਕਹਿੰਦਾ ਸੀ ਗੋਲਡੀ ਨੇ ਕੰਮ ਤਾਂ ਬਹੁਤ ਕਰਾਏ ਨੇ, ਪਰ ਐਤਕੀ ਅਸੀਂ ਬਦਲਾਅ ਦੇਖਣਾ। ਬਦਲਾਅ ਵੀਰੇ ਤੁਸੀਂ ਨੇ ਦੇਖ ਲਿਆ, ਬਦਲਾਅ ਵੀ ਦੇਖ ਲਿਆ। ਹੁਣ ਇੱਕ ਵਾਰ ਭਰਾ ਨੂੰ ਮੌਕਾ ਦਿਓ। ਤੁਹਾਡੀਆਂ ਉਮੀਦਾਂ ਤੇ ਖਰਾ ਨਾ ਉਤਰਿਆ ਤਾਂ ਜਦੋਂ ਮਰਜ਼ੀ ਕਹਿ ਦਿਓ, ਜਦੋਂ ਮਰਜ਼ੀ ਅਸਤੀਫਾ ਦੇ ਦੂੰਗਾ। ਇੱਕ ਵਿਰੋਧੀ ਧਿਰ ਦਾ ਸਟਰੋਂਗ ਹੋਣਾ ਬਹੁਤ ਲਾਜ਼ਮੀ ਆ ਜੇ ਤੁਸੀਂ ਸੱਤਾਧਾਰੀ ਧਿਰ ਤੋਂ ਕੰਮ ਕਰਵਾਉਣੇ। ਨਹੀਂ ਤਾਂ ਜੇ ਉਹਨਾਂ ਨੇ ਇਹ ਸੀਟ ਵੀ ਜਿੱਤ ਲਈ ਤਾਂ ਉਹ ਫਿਰ ਕਿਸੇ ਵੀ ਤਰੀਕੇ ਨਾਲ, ਯਾਨੀ ਕਿ ਤੁਹਾਡੀ ਉਹ ਗੱਲ ਨਹੀਂ ਸੁਣਨਗੇ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਲਈ ਇਹ ਸੰਗਰੂਰ ਜ਼ਿਮਨੀ ਚੋਣ ਉਹਨਾਂ ਦਾ ਪਹਿਲਾ ਸਿਆਸੀ ਇਮਤਿਹਾਨ ਹੈ, ਔਰ ਸੀਐਮ ਭਗਵੰਤ ਮਾਨ ਦੇ ਖਿਲਾਫ ਚੋਣ ਲੜਨ ਤੋਂ ਬਾਅਦ ਉਹਨਾਂ ਦੀ ਖਾਲੀ ਹੋਈ ਸੀਟ ਦੇ ਉੱਤੇ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਨੇ ਦਲਵੀਰ ਗੋਲਡੀ ਹੋਣੀ ਸਾਡੇ ਨਾਲ ਮੌਜੂਦ ਨੇ। ਬਾਈ ਜੀ ਸਵਾਗਤ ਹੈ ਪ੍ਰੋਗਰਾਮ। ਬਹੁਤ ਬਹੁਤ ਧੰਨਵਾਦ ਗਗਨ ਭਾਈ, ਤੁਹਾਡਾ ਤੇ ਤੁਹਾਡੀ ਟੀਮ ਦਾ। ਕਿਵੇਂ ਵੇਖਦੇ ਹੋ ਇੱਕ ਵਾਰ ਫਿਰ ਤੋਂ? ਹਾਲਾਂਕਿ 2 ਮਹੀਨੇ ਅਜੇ ਹੋਏ ਸੀ, ਥਕਾਵਟ ਮੈਨੂੰ ਲੱਗਦਾ ਪਹਿਲਾਂ ਵਾਲੀਆਂ ਚੋਣਾਂ ਦੀ ਨਹੀਂ ਉਤਰੀ ਸੀ, ਇੱਕ ਵਾਰ ਫਿਰ ਤੋਂ ਵੱਡਾ ਚੈਲੰਜ। ਹਾਂ ਬਿਲਕੁਲ, ਚੈਲੰਜ ਬਹੁਤ ਵੱਡਾ ਜੀ, ਤੇ ਪ੍ਰਮਾਤਮਾ ਦੀ ਮਿਹਰ ਆ, ਉਹਨਾਂ ਦੇ ਸਦਕਾ ਤੇ ਸਾਡੀ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਿਆ, ਤੇ ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਇੱਕ ਦੇਖੋ ਨੌਜਵਾਨ ਨੂੰ ਮੌਕਾ ਦਿੱਤਾ ਜਿਹਨੇ ਆਪਣਾ ਰਸਤਾ ਖੁਦ ਚੁਣਿਆ। ਪਹਿਲਾਂ ਕਾਲਜ ਤੋਂ, ਫਿਰ ਯੂਨੀਵਰਸਿਟੀ, ਫਿਰ ਯੂਥ ਕਾਂਗਰਸ, ਫਿਰ NSUI, ਇਹ ਸਾਰੀਆਂ ਚੀਜ਼ਾਂ ਨੂੰ ਅੱਜ ਮੈਨੂੰ ਲੱਗਦਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਪੰਚਾਇਤ ਦੀ ਇਲੈਕਸ਼ਨ ਜਿਹੜੀ ਮੈਨੂੰ ਲੜਨ ਦਾ ਮੌਕਾ ਦਿੱਤਾ ਗਿਆ, ਤੇ ਮੈਂ ਆਪਣੀ ਤਨਦੇਹੀ ਨਾਲ ਜਿਹੜਾ ਕਿਉਂਕਿ ਪੁਰਾਣੀ ਜਿਹੜੀ ਲੀਡਰਸ਼ਿਪ ਆ ਉਹਨਾਂ ਤੋਂ ਲੋਕ ਥੋੜ੍ਹਾ ਜਿਹਾ ਇਸ ਚੀਜ਼ ਤੋਂ ਗੁਰੇਜ਼ ਕਰ ਰਹੇ ਸੀ, ਤਾਂ ਨਵੇਂ ਨੌਜਵਾਨਾਂ ਨੂੰ ਆਉਣ ਦਾ ਮੌਕਾ ਮਿਲਿਆ। ਸੋ ਇਹ ਸਾਰੇ ਨੌਜਵਾਨਾਂ ਲਈ ਮੌਕਾ ਜੋ ਇਹ ਸਿਸਟਮ ਨੂੰ ਬਦਲਣਾ ਚਾਹੁੰਦੇ ਨੇ। ਬਦਲ ਚੱਲਦੇ ਔਰ ਨਾਲ ਤੁਹਾਨੂੰ ਮਿਲਣ ਵਾਸਤੇ ਵੀ ਲੋਕ ਕਾਫੀ ਆਏ ਹੋਏ ਨੇ। ਕੀ ਹਾਲ ਹੈ ਜੀ? ਹਾਂਜੀ ਹਾਂ ਬਿਲਕੁਲ ਬਿਲਕੁਲ ਜੀ, ਹਾਂਜੀ। ਹੋਰ ਬਾਈ ਪ੍ਰਧਾਨ ਜੀ? ਹਾਂਜੀ, ਤਾਂ ਇੱਕ ਵਾਰ ਫਿਰ ਤੋਂ ਮੈਦਾਨ ਦੇ ਵਿੱਚ ਨੇ, ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਸਿਸਟਮ ਨੂੰ ਬਦਲਣ ਦਾ ਮੌਕਾ ਔਰ ਨਵੀਂ ਨੌਜਵਾਨ ਪੀੜ੍ਹੀ ਹੈ, ਪਰ ਤੁਹਾਡੀ ਪੁਰਾਣੀ ਜਿਹੜੀ ਆਪਾਂ ਕਹਿ ਸਕਦੇ ਹਾਂ ਤੁਹਾਡੇ ਬੋਰਡ ਜਾਂ ਤੁਹਾਡੇ ਪਾਰਟੀ ਦੇ ਲੀਡਰ ਉਹ ਜਿਸ ਤਰੀਕੇ ਨਾਲ ਛੱਡ ਕੇ ਜਾ ਰਹੇ ਨੇ, ਲੱਗਦਾ ਕਿ ਇਸ ਦਾ ਪਾਰਟੀ ਨੂੰ ਨੁਕਸਾਨ ਔਰ ਕਿਤੇ ਨਾ ਕਿਤੇ ਇਹ ਇੱਕ ਬੈਕਫੁੱਟ ਦੇ ਉੱਤੇ ਆਉਂਦੇ ਹੋਏ ਨਜ਼ਰ ਆਊਗਾ?
ਨਹੀਂ, ਇਹ ਐਕਚੁਅਲੀ ਜੋ ਸਾਡੀ ਪਿੱਛੇ ਪੋਜੀਸ਼ਨ ਜਿਹੜੀ ਖਰਾਬ ਹੋਈ, ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹਦੇ ਲਈ ਇਹ ਜ਼ਿੰਮੇਵਾਰ ਨੇ। ਸੋ ਅੱਜ ਇੱਕ ਨੌਜਵਾਨਾਂ ਨੂੰ ਮੌਕਾ ਮਿਲਿਆ, ਇੱਕ ਨਵੇਂ ਚਿਹਰਿਆਂ ਨੂੰ ਮੌਕਾ ਮਿਲਿਆ। ਦੇਖੋ 2017 ਚ ਪਾਰਟੀ ਨੇ ਮੇਰੇ ਤੇ ਵਿਸ਼ਵਾਸ ਕਰਿਆ ਤੇ ਅੱਜ ਲੋਕ ਸਭਾ ਲਈ ਮੇਰੇ ਤੇ ਵਿਸ਼ਵਾਸ ਕਰਿਆ। ਮੇਰੇ ਕੀਤੇ ਹੋਏ ਕੰਮਾਂ ਦੇ ਉੱਪਰ ਉਹਨਾਂ ਨੇ ਮੋਹਰ ਲਗਾਈ। ਸੋ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਾਕੀ ਮੈਂ ਇਸ ਵਾਰ ਜਿਹੜਾ ਮੇਰਾ ਮੋਟਿਵ ਆ ਇਲੈਕਸ਼ਨ ਕੰਟੈਸਟ ਕਰਨ ਦਾ, ਤੁਸੀਂ ਪਿਛਲੇ 2 ਪਲਾਨ ਦੇਖਿਓ ਕਿ ਪਿਛਲੇ 2 ਪਲਾਨਾਂ 'ਚ ਮੈਂਬਰ ਪਾਰਲੀਮੈਂਟ ਦੇ ਵਿੱਚ ਕੀ ਕੀ ਕੰਮ ਹੋਏ। ਉਸ ਤੋਂ ਪਹਿਲਾਂ ਵਾਲਾ ਦੇਖਿਓ ਜੋ ਸਾਡੇ ਕੈਂਡੀਡੇਟ ਸੀ, ਤਾਂ ਤੁਸੀਂ ਕੰਪੈਰੀਜ਼ਨ ਕਰੋਗੇ, ਤੁਹਾਨੂੰ ਸਮਝ ਆਊਗੀ ਕਿ ਕਿਹੜੀ ਪਾਰਟੀ ਜਿਹੜੀ ਉਹ ਵਧੀਆ ਤਰੀਕੇ ਨਾਲ ਗੱਲ ਕਰਦੀ ਆ। ਤੇ ਮੈਂ ਤਾਂ ਸੰਘਰਸ਼ 'ਚੋਂ ਹੀ ਉੱਠਿਆ ਜੀ, ਤੇ ਲੋਕਾਂ ਦੀ ਆਵਾਜ਼ ਚੱਕਣੀ ਮੈਨੂੰ ਗੁਰੂ ਮਹਾਰਾਜ ਦੀ ਕਿਰਪਾ ਨਾਲ ਚੰਗੀ ਤਰ੍ਹਾਂ ਆਉਂਦੀ ਆ। ਚਾਹੇ ਟੋਲ ਪਲਾਜ਼ੇ ਦੀ ਗੱਲ ਹੋਵੇ, ਚਾਹੇ ਸਾਡੇ ਕਿਸਾਨੀ ਜਿਹੜੀ ਧਰਨਾ ਸੀਗਾ ਜਿੱਥੇ ਦਿੱਲੀ ਦੀਆਂ ਬਰੂਹਾਂ ਤੇ ਸਾਡੇ ਕਿਸਾਨ ਬੈਠੇ ਸੀ, ਤੁਸੀਂ ਪੈਦਲ ਤੁਰ ਕੇ ਗਏ ਲਗਾਤਾਰ 2 ਵਾਰ ਜਿਹੜਾ ਮੈਂ ਆਪਦੇ ਪਰਿਵਾਰ ਨਾਲ ਤੁਰ ਕੇ ਉੱਥੇ ਗਿਆ। ਸੋ ਇਹ ਜਿਹੜੀਆਂ ਗੱਲਾਂ ਨੇ ਇਹ ਸਿਰਫ ਮੈਂ ਇਸ ਕਰਕੇ ਕਰ ਰਿਹਾ ਕਿ ਮੈਂ ਇਹ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਪੋਲੀਟੀਕਲ ਫੰਡਸ ਤੋਂ ਬਿਨਾਂ ਜਾਂ ਪੋਲੀਟੀਕਲ ਸਿਸਟਮ ਤੋਂ ਬਿਨਾਂ ਵੀ ਇੱਕ ਲੀਡਰ ਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। ਚਾਹੇ ਕਰੋਨਾ ਕਾਲ ਦੀ ਗੱਲ ਹੋਵੇ, ਜਿਸ ਦਿਨ ਕਰੋਨਾ ਕਾਲ ਦੇ ਵਿੱਚ ਆਪਣੇ ਸਾਰਾ ਹਿੰਦੁਸਤਾਨ ਨੂੰ ਬੰਦ ਕਰ ਦਿੱਤਾ ਗਿਆ ਇੱਕਦਮ ਹੀ ਬਿਨਾਂ ਸੋਚੇ ਸਮਝੇ। ਹਜ਼ਾਰਾਂ ਦੀ ਗਿਣਤੀ 'ਚ ਲੋਕ ਜਿਹੜੇ ਸਾਈਕਲਾਂ ਤੇ ਪੈਦਲ ਇੱਕ ਦੂਜੀ ਜਗ੍ਹਾ ਤੇ ਪਹੁੰਚੇ। ਉਸ ਟਾਈਮ ਤੇ ਮੇਰੀ ਫੇਸਬੁੱਕ ਪੇਜ ਚੱਕ ਕੇ ਦੇਖ ਲਿਓ ਕਿ ਮਾਰਨਿੰਗ 10:30 ਵਜੇ ਮੇਰੀ ਵੀਡੀਓ ਪੈ ਗਈ ਸੀ ਕਿ ਕਿਸੇ ਨੂੰ ਦਵਾਈ ਦੀ ਜ਼ਰੂਰਤ ਹੋਵੇ, ਕਿਸੇ ਦੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਣ ਦੀ ਗੱਲ ਹੋਵੇ, ਜਾਂ ਰੋਟੀ ਪਾਣੀ ਦੀ ਕਿਸੇ ਨੂੰ ਦਿੱਕਤ ਆਉਂਦੀ ਹੋਵੇ, ਪੂਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਉਸ ਚੀਜ਼ ਦੇ ਵਿੱਚ ਵੀ। ਸੋ ਇਹ ਜਿਹੜਾ ਮੌਕਾ ਸਾਡੇ ਨੌਜਵਾਨਾਂ ਲਈ ਬਹੁਤ ਵੱਡਾ ਮੌਕਾ, ਸੰਗਰੂਰ ਦੀ ਆਵਾਜ਼ ਲੋਕ ਸਭਾ ਦੇ ਵਿੱਚ ਬੁਲੰਦ ਕਰਨ ਲਈ ਸਾਡੇ ਕੋਲੇ ਮੌਕਾ। ਸਾਡਾ ਜਿਹੜਾ ਏਰੀਆ ਡਾਰਕ ਜ਼ੋਨ ਦੇ ਵਿੱਚ ਆ, ਸਾਡਾ ਪਾਣੀ ਦਾ ਪੱਧਰ ਜਿਹੜਾ ਬਹੁਤ ਨੀਵਾਂ, ਤੇ ਮੈਂ ਇਹਦੇ ਤੇ ਕਾਫੀ ਕੋਸ਼ਿਸ਼ ਵੀ ਆਲਰੇਡੀ ਪਹਿਲਾਂ ਕਰੀ। ਗੱਲ ਮੈਂ ਕਰਾਂ 2022 ਚੋਣਾਂ ਦੀ, ਕਿਉਂਕਿ ਇੱਕ ਲੋਕਾਂ ਦੇ ਮਨਾਂ ਦੇ ਵਿੱਚ ਰਿਜ਼ੈਂਟਮੈਂਟ ਸੀਗੀ, ਇੱਕ ਉਹਨਾਂ ਨੂੰ ਬਦਲਾਵ ਦੀ ਉਮੀਦ ਸੀ ਔਰ ਬਦਲਾਵ ਚਾਹੁੰਦੇ ਸੀਗੇ, ਔਰ ਬਦਲਾਵ ਜਿਸ ਤਰੀਕੇ ਨਾਲ ਹੁਣ ਆਇਆ 92 ਸੀਟਾਂ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਆਈਆਂ। ਹਾਲਾਂਕਿ ਉਦੋਂ ਤੁਹਾਡੇ ਕੋਲ ਸ਼ਾਇਦ ਪ੍ਰਚਾਰ ਕਰਨ ਦੇ ਲਈ ਆਮ ਆਦਮੀ ਪਾਰਟੀ ਦੇ ਕੋਲ ਦੇ ਪ੍ਰਤੀ ਕੁਝ ਨਹੀਂ ਸੀਗਾ, ਪਰ ਹੁਣ ਇਹ 3 ਮਹੀਨੇ ਦਾ ਹਨੀਮੂਨ ਪੀਰੀਅਡ ਜੋ ਆਮ ਆਦਮੀ ਪਾਰਟੀ ਦਾ ਰਿਹਾ, ਲੱਗਦਾ ਕਿ ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਤੁਸੀਂ ਸਰਕਾਰ ਦੇ ਖਿਲਾਫ ਲੈ ਕੇ ਲੋਕਾਂ ਦੇ ਵਿੱਚ ਜਾਣ ਵਾਲੇ ਹੈਗੇ ਹੋ। ਬਿਲਕੁਲ, ਬਹੁਤ ਸਾਰੇ ਅਜਿਹੇ ਮੁੱਦੇ ਨੇ। ਦੇਖੋ ਅਜਿਹੇ ਵਾਅਦੇ ਕਰਨਾ, ਚਾਹੇ ਉਹ ਕੋਈ ਵੀ ਪਾਰਟੀ ਹੈ, ਚਾਹੇ ਸਾਡੀ ਵੀ ਪਾਰਟੀ ਸੀ, ਜਿਹੜੇ ਲੋਕ ਲੁਭਾਊ ਵਾਅਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੂੰ ਪੂਰਾ ਨਾ ਕਰਨਾ। ਤੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿੰਨੀ ਜ਼ਿਆਦਾ ਮਾੜੀ ਹੈ ਇਸ ਟਾਈਮ। ਨਹੀਂ ਇੰਨੀ ਜਲਦੀ ਇੰਨੀ ਵਿਰੋਧਤਾ ਹੋਣ ਦਾ ਕਾਰਨ ਉਹੀ ਸੋਸ਼ਲ ਮੀਡੀਆ ਜਿਹੜਾ ਉਹਨਾਂ ਦੀ ਸਪੋਰਟ ਹੁੰਦਾ ਸੀ, ਅੱਜ ਉਹੀ ਸੋਸ਼ਲ ਮੀਡੀਆ, ਕਿਉਂਕਿ ਪੰਜਾਬ ਦੇ ਲੋਕ ਨੇ ਉਹਨਾਂ ਨੇ ਜਿਹੜਾ ਪਹਿਲਾਂ ਇੱਕ ਸਿਸਟਮ ਤੋਂ ਉਹ ਥੋੜਾ ਨਾਖੁਸ਼ ਸੀ, ਉਹ ਇਹਨਾਂ ਦਾ ਪਾਰਟੀ ਕੇਡਰ ਨਹੀਂ ਸੀ, ਸਾਡੇ ਹੀ ਬੰਦੇ ਜਾਣੀ ਕਿ ਇਹ ਚੀਜ਼ਾਂ ਤੋਂ ਦੁਖੀ ਹੋ ਕੇ ਦੂਸਰੇ ਪਾਸੇ ਗਏ ਸੀ। ਬਟ ਜਦੋਂ ਇਸ ਛੋਟੇ ਭਰਾ ਨੂੰ ਜਾਂ ਮੌਕਾ ਮਿਲਿਆ ਤਾਂ ਮੈਨੂੰ ਲੱਗਦਾ ਅੱਜ ਹਰੇਕ ਵਰਕਰ ਲਈ ਜਿਹੜੇ ਪਿਛਲੀ ਕਤਾਰ ਦੀਆਂ ਕੁਰਸੀਆਂ ਤੇ ਬੈਠਦੇ ਸੀ ਉਹਨਾਂ ਨੂੰ ਹੌਸਲਾ ਆਇਆ ਕਿ ਯਾਰ ਸਾਡੇ 'ਚੋਂ ਉੱਠ ਕੇ ਨੌਜਵਾਨ ਨੂੰ ਟਿਕਟ ਮਿਲ ਗਈ ਤੇ ਸਾਡੇ ਜਿਹੜਾ ਭਵਿੱਖ ਆ ਉਹ ਬਿਹਤਰ ਹੋਊਗਾ। ਚਾਹੇ ਸਾਡੇ ਪ੍ਰਧਾਨ ਜੀ ਦੀ ਗੱਲ ਕਰੀਏ, ਰਾਜਾ ਵੜਿੰਗ ਜੀ ਦੀ, ਅੱਜ 44 ਸਾਲ ਉਮਰ ਆ ਉਹਨਾਂ ਦੀ ਤੇ ਮੇਰੀ ਤਕਰੀਬਨ 40 ਸਾਲ ਉਮਰ ਆ। ਨੌਜਵਾਨਾਂ ਨੂੰ ਜਿਹੜਾ ਇਹ ਮੌਕਾ ਮਿਲ ਰਿਹਾ, ਕਿਉਂਕਿ ਨੌਜਵਾਨ ਅਕਸਰ ਕਹਿੰਦੇ, ਤੁਸੀਂ ਨੇ ਵੀ ਸੁਣੇ ਹੋਣਗੇ, ਮੈਂ ਵੀ ਸੁਣੇ ਨੇ ਕਿ ਯਾਰ ਬਦਲਾਅ ਚਾਹੀਦਾ, ਚੇਂਜ ਕਰਨਾ। ਚੇਂਜ ਸਿਰਫ ਗੱਲਾਂ ਨਾਲ ਨਹੀਂ ਆਉਂਦਾ, ਝੂਠੇ ਵਾਅਦਿਆਂ ਨਾਲ ਨਹੀਂ ਆਉਂਦਾ। ਬਦਲਾਅ ਤਾਂ ਇੱਕ ਸੋਚ ਨੂੰ ਬਦਲ ਕੇ ਆਉਂਦਾ। ਸੋ ਜਿਹੜੀ ਸੋਚ ਨੂੰ ਬਦਲਣ ਦਾ ਸਮਾਂ ਇਹ, ਕਿਉਂਕਿ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਚਾਹਣਾ ਕਿ ਇੱਕ ਵਿਰੋਧੀ ਧਿਰ ਦਾ ਸਟਰੋਂਗ ਹੋਣਾ ਬਹੁਤ ਲਾਜ਼ਮੀ ਆ ਜੇ ਤੁਸੀਂ ਸੱਤਾਧਾਰੀ ਧਿਰ ਤੋਂ ਕੰਮ ਕਰਵਾਉਣੇ ਨੇ। ਨਹੀਂ ਤਾਂ ਜੇ ਉਹਨਾਂ ਨੇ ਇਹ ਸੀਟ ਵੀ ਜਿੱਤ ਲਈ ਤਾਂ ਉਹ ਫਿਰ ਕਿਸੇ ਵੀ ਤਰੀਕੇ ਨਾਲ ਯਾਨੀ ਕਿ ਤੁਹਾਡੀ ਉਹ ਗੱਲ ਨਹੀਂ ਸੁਣਨਗੇ। ਯਾਨੀ ਕਿ ਨੁਮਾਇੰਦਾ ਹੋਣਾ ਚਾਹੀਦਾ ਤੁਹਾਡਾ ਸਾਹਮਣੇ ਟੱਕਰਾ ਕਰਨ ਵਾਲਾ। ਤੇ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਵਿਰੋਧੀ ਧਿਰ ਦੇ ਆਏ ਮੁਲਾਕਾਤ ਕਰਨ ਦੇ ਲਈ ਸੀਐਮ ਹਾਊਸ ਦੇ ਵਿੱਚ, ਔਰ ਮੁਲਾਕਾਤ ਵੀ ਕਹਿੰਦੇ ਉਹਨਾਂ ਨੇ ਭ੍ਰਿਸ਼ਟ ਮੰਤਰੀ ਦੇ ਖਿਲਾਫ ਕਹਿੰਦੇ ਉਹ ਸਿਫਾਰਿਸ਼ ਕਰਨ ਆਏ ਕਿ ਉਸ ਦੇ ਉੱਤੇ ਕਾਰਵਾਈ ਨਾ ਕਰੋ, ਔਰ ਉਸ ਤੋਂ ਬਾਅਦ ਕਹਿੰਦੇ ਅਸੀਂ ਤਾਂ ਮੌਕਾ ਵੀ ਦਿੱਤਾ, ਗੱਲਬਾਤ ਵੀ ਕਰਨ ਨੂੰ ਜਿਹੜੀ ਹੈ ਹਾਮੀ ਭਰੀ, ਔਰ ਬਾਅਦ ਦੇ ਵਿੱਚ ਕਹਿੰਦੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਇਹ ਕਦੇ ਲੈਂਗੁਏਜ ਤੁਸੀਂ ਸੀਐਮ ਸਾਹਿਬ ਦੀ ਕਦੇ ਲੈਂਗੁਏਜ ਦੇਖੀ ਆ ਟਵੀਟਸ ਦੀ ਜਾਂ ਕਿਸੇ ਦੀ? ਅੱਜ ਤੱਕ ਪੁਰਾਣੇ ਰਿਕਾਰਡ ਕੱਢ ਕੇ ਦੇਖ ਲਓ, ਕਿਸੇ ਵੀ ਪਾਰਟੀ ਦਾ ਕੋਈ ਸੀਐਮ ਰਿਹਾ ਹੋਵੇ ਉਹਦੀ ਲੈਂਗੁਏਜ ਤੇ ਬੜੀ ਕਮਾਂਡ ਹੁੰਦੀ ਆ। ਉਹ ਕਦੇ ਕਿਸੇ ਬੰਦੇ ਨੂੰ ਇਸ ਤਰੀਕੇ ਨਾਲ ਨਹੀਂ ਬੋਲਦਾ ਜੋ ਇਹ ਬੋਲਦੇ ਨੇ। ਸੋ ਇਹ ਫਰਸਟ੍ਰੇਸ਼ਨ ਇਹਨਾਂ ਦੇ ਟਵੀਟਸ ਤੋਂ, ਇਹਨਾਂ ਦੀਆਂ ਗੱਲਾਂ ਤੋਂ ਝਲਕਦੀ ਆ। ਹੁਣ ਅਸੀਂ ਤਾਂ ਵਿਰੋਧੀ ਧਿਰ ਆ, ਅਸੀਂ ਤਾਂ ਮੰਗ ਕਰਨੀ ਆ ਨਾ। ਸਾਡਾ ਨੌਜਵਾਨ ਚਲਿਆ ਗਿਆ, ਅਸੀਂ ਉਹਦੇ ਬਾਰੇ ਕਿਉਂ ਨਾ ਮੰਗ ਕਰੀਏ, ਉਹਦੇ ਇਨਸਾਫ ਲਈ, ਠੀਕ ਹੈ ਨਾ। ਉਹਨਾਂ ਦਾ ਪਰਿਵਾਰ ਕਹਿ ਰਿਹਾ, ਠੀਕ ਹੈ ਨਾ, ਕਿ ਅਸੀਂ ਨੇ ਭਾਈ ਇਹ ਮੰਗ ਕਰਨੀ ਹੈ, ਤੇ ਇੱਥੇ ਧੂਰੀ ਖੜੇ ਆ। ਇੱਥੇ ਦਿਨ ਦਿਹਾੜੇ ਅੱਜ ਤੋਂ ਮਹੀਨਾ ਪਹਿਲਾਂ ਦਿਨੇ ਗੋਲੀਆਂ ਮਾਰ ਕੇ ਰੁਪਈਏ ਖੋ ਕੇ ਲੈ ਗਏ। ਇਹ ਦੱਸੋ ਕਿੱਥੇ ਜਾਵਾਂਗੇ?
ਜੇ ਵਿਰੋਧੀ ਧਿਰ ਆਪਦਾ ਰੋਲ ਨਹੀਂ ਪਲੇ ਕਰੂਗੀ ਤਾਂ ਅਸੀਂ ਕੀ ਕਰਾਂਗੇ? ਅਸੀਂ ਆਪਦੇ ਵਰਕਰਾਂ ਦੀ ਰਾਖੀ ਦਾ ਉਪਜ ਕਹਿੰਦੇ ਸਾਡੀ ਤਾਂ ਨਹੀਂ ਹੈ, ਕਹਿੰਦੇ 2 ਮਹੀਨਿਆਂ 'ਚ ਤਾਂ ਕਹਿੰਦੇ ਅਸੀਂ ਗੈਂਗਸਟਰ ਖੜੇ ਨਹੀਂ ਕਰਤੇ, ਕਹਿੰਦੇ ਦੇਣ ਅਕਾਲੀਆਂ ਕਾਂਗਰਸ ਦੀਆਂ ਦੀ ਇਹ ਤੁਹਾਡੇ ਉੱਤੇ ਸਵਾਲ ਖੜੇ ਕਰਦੇ ਨੇ। ਇਹ ਤਾਂ ਨਾ ਬੜੀ ਇੱਕ ਪੁਰਾਣੀ ਜੀ ਗੱਲ ਆ ਜੀ, ਹਰੇਕ ਬੰਦਾ ਕਹਿੰਦਾ ਸਾਡੇ ਟਾਈਮ ਦਿਖਾਓ ਜੇ ਕੋਈ ਇਹੋ ਜੀ ਕੋਈ ਚੀਜ਼ ਹੁੰਦੀ ਸੀਗੀ। ਸੋ ਇਹ ਇੱਕ ਦੂਜੇ ਦੇ ਬਲੇਮ ਗੇਮ ਨਹੀਂ ਕਰਨੀ ਚਾਹੀਦੀ। ਮੈਂ ਤਾਂ ਕਹਿਣਾ ਇਹ ਸਾਰੀਆਂ ਚੀਜ਼ਾਂ ਤੋਂ ਪਰਾਂ ਉੱਠ ਕੇ ਆਓ ਜਿਹੜੇ ਸਾਰੇ ਉਮੀਦਵਾਰ ਨੇ ਆਪਾਂ ਇੱਕ ਹੈਲਥੀ ਡਿਬੇਟ ਕਰੀਏ ਕਿ ਮੈਂ ਕੀ ਕਰਨਾ ਚਾਹਣਾ, ਤੁਸੀਂ ਕੀ ਕਰਨਾ ਚਾਹੁੰਦੇ ਹੋ। 5-5 ਮਿੰਟ ਦਾ ਸਾਰਿਆਂ ਕੋਲ ਸਮਾਂ ਹੋਵੇ, ਸਾਰਾ ਮੀਡੀਆ ਸਾਹਮਣੇ ਬੈਠਾ ਹੋਵੇ, ਆਪਦਾ ਵਿਜ਼ਨ ਦੱਸਣ। ਉਹ ਇੱਕ ਦੂਜੇ ਦੇ ਚੰਗਾ ਮਾੜਾ ਨਹੀਂ ਗੱਲ ਕਰਨੀ ਉਹਨਾਂ ਨੇ, ਨਾ ਮੈਂ ਕਿਸੇ ਬਾਰੇ। ਅਕਸਰ ਤੁਸੀਂ ਨੇ ਦੇਖਿਆ ਹੋਣਾ ਜਦੋਂ ਕੋਈ ਲੀਡਰ ਸਪੀਚ ਦਿੰਦਾ ਅੱਧਾ ਘੰਟਾ ਦਾ ਉਹ ਵਿਰੋਧੀ ਲੀਡਰ ਦੇ ਵਿਰੋਧੀ ਬੋਲੀ ਜਾਂਦਾ, ਉਹ ਨਹੀਂ ਦੱਸਦਾ ਵੋਟਾਂ 'ਚ ਕੀ ਮੈਂ ਕੀ ਕਰੂੰਗਾ ਜਾਂ ਮੈਂ ਪਹਿਲਾਂ ਕੀ ਕਰਿਆ। ਮੈਂ ਤਾਂ ਯੂਨੀਵਰਸਿਟੀ ਦਾ ਲੀਡਰ ਹਾਂ, ਮੈਂ ਅੱਜ ਤੱਕ ਮੁੱਦਿਆਂ ਦੀ ਲੜਾਈ ਲੜੀ ਆ। ਪਹਿਲਾਂ ਜੋ ਚੀਜ਼ਾਂ ਕਰੀਆਂ ਨੇ ਉਹਨਾਂ ਨੂੰ ਲੈ ਕੇ ਲੋਕਾਂ 'ਚ ਜਾਊਂਗਾ ਤੇ ਗਾਹਾਂ ਜੋ ਚੀਜ਼ਾਂ ਕਰਨੀਆਂ ਨੇ ਉਹਨਾਂ ਉੱਤੇ ਪਹਿਰਾ ਦੇਊਂਗਾ। ਕੀ ਮੁੱਦੇ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾ ਰਹੇ ਹੋ? ਸੰਗਰੂਰ ਨੂੰ ਕਿਸ ਤਰੀਕੇ ਦੇ ਨਾਲ ਉੱਪਰ ਲੈ ਕੇ ਜਾਣਾ ਹੈ? ਹੁਣ ਤਾਂ ਲੋਕ ਸਭਾ ਦੇ ਵਿੱਚ ਦੀ ਆਵਾਜ਼ ਚੁੱਕਣੀ ਹੈ, ਵਿਧਾਨ ਸਭਾ ਵੀ ਨਹੀਂ, ਤਾਂ ਕਿਵੇਂ ਲੋਕ ਸਭਾ ਦੇ ਵਿੱਚ ਤੁਸੀਂ ਮੁੱਦਿਆਂ ਨੂੰ ਲੈ ਕੇ ਜਾਓਗੇ? ਕੀ ਵਾਅਦੇ ਤੁਸੀਂ ਲੋਕਾਂ ਨਾਲ ਕਰ? ਬਹੁਤ ਸਾਰੇ ਮੁੱਦੇ ਨੇ, ਅਸੀਂ ਮੈਨੀਫੈਸਟੋ ਆਪਦਾ ਜਾਰੀ ਕਰਨਾ। ਪਰ ਇਹਦੇ 'ਚ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਚਾਹਣਾ ਕਿ ਕੱਲ ਇੱਕ ਬੰਦੇ ਮੈਨੂੰ ਕਹਿੰਦੇ ਵੀ ਪੱਤਰਕਾਰੀ ਭਰਾ ਸੀ ਸਾਡੇ, ਉਹ ਕਹਿੰਦੇ ਵੀ ਮੁੱਦੇ ਉਹ ਵੀ ਬਹੁਤ ਚੁੱਕਦੇ ਸੀ। ਮੈਂ ਕਿਹਾ ਮੁੱਦੇ ਚੱਕਣੇ, ਮੁੱਦਿਆਂ ਨੂੰ ਚੱਕਣਾ ਤੇ ਮੁੱਦਿਆਂ ਦਾ ਹੱਲ ਕਰਨਾ, ਇਹ ਦੋ ਚੀਜ਼ਾਂ ਬਹੁਤ ਡਿਫਰੈਂਟ ਨੇ। ਜਦੋਂ ਟੋਲ ਪਲਾਜ਼ੇ ਦੀ ਲੜਾਈ ਮੈਂ ਲੜ ਰਿਹਾ ਸੀ 2014 ਤੋਂ, ਤਾਂ ਸਰਦਾਰ ਭਗਵੰਤ ਸਿੰਘ ਮਾਨ ਇੱਥੋਂ ਹੀ ਮੈਂਬਰ ਪਾਰਲੀਮੈਂਟ ਸੀ। ਇੱਕ ਵਾਰ ਵੀ ਉਹਨੇ ਹੱਕ ਦਾ ਨਾਅਰਾ ਮਾਰਿਆ ਹੋਵੇ ਲੋਕਾਂ ਲਈ। ਤੇ ਜਿਹੜੇ ਉਹੀ ਬੰਦੇ ਬੋਲਦੇ ਸੀ ਅੱਜ ਉਹ ਟੋਲ ਪਲਾਜ਼ਾ ਚੁਕਾ ਲੈਣ ਤਾਂ ਤੁਹਾਡੇ ਤੇ ਪਰਚਾ ਵੀ ਪੈ ਗਿਆ ਸੀ। ਪਰਚੇ ਹੁਣ ਵੀ ਚੱਲ ਰਹੇ ਨੇ। ਆ ਮੇਰਾ ਐਫੀਡੈਵਿਟ ਜਿਹੜਾ ਇਲੈਕਸ਼ਨਾਂ 'ਚ ਦਿੱਤਾ ਹੋਇਆ ਉਹ ਵੀ ਇਸੇ ਚੀਜ਼ 'ਤੇ ਆ ਬਈ, ਪਰਚੇ ਲੋਕਾਂ ਲਈ ਲੜਦੇ ਆ ਤੇ ਪਰਚੇ ਪੈਣ ਦੀ ਮੈਨੂੰ ਕੋਈ ਪਰਵਾਹ ਨਹੀਂ। ਇਹ ਕੋਈ ਇਹ ਨਹੀਂ ਹੈਗਾ, ਕਿਉਂਕਿ ਮੈਂ ਕਿਹੜਾ ਕੋਈ ਰਾਜਨੀਤਿਕ ਪਿਛੋਕੜ ਆ ਬਾਈ। ਆਪਦੇ ਆਪ ਹੀ ਹੌਲੀ ਹੌਲੀ ਆ ਭਰਾਵਾਂ ਦੇ ਸਿਰ ਤੇ, ਯਾਰਾਂ ਦੋਸਤਾਂ ਦੇ ਸਿਰ ਤੇ ਮੈਨੂੰ ਉਰੇ ਤੱਕ ਖਿੱਚ ਲਿਆਏ। ਤੇ ਮੇਰਾ ਤਾਂ ਮਕਸਦ, ਮੇਰੇ ਪਰਿਵਾਰ ਦਾ ਮਕਸਦ ਸਿਰਫ ਇਹ ਆ ਕਿ ਇੰਨੀ ਵੱਡੀ ਜ਼ਿੰਮੇਵਾਰੀ ਮਿਲੀ ਆ ਤਾਂ ਲੋਕਾਂ ਦੀ ਆਵਾਜ਼ ਬੁਲੰਦ ਕਰਨੀ ਆ। ਤੇ ਅਸੀਂ ਤਾਂ ਸੁੱਖ ਨਾਲ ਫਿਰ 2 ਜੀ ਆ ਜਿਹੜੇ ਮਿਹਨਤ ਕਰਦੇ ਆ ਜੀ, ਮੈਂ ਤੇ ਮੇਰੀ ਵਾਈਫ। ਸਾਰੀ ਹਾਈ ਕਮਾਂਡ ਦਾ ਮੇਰੇ ਤੇ ਆਸ਼ੀਰਵਾਦ ਆ ਜੀ। ਆ ਸਾਰੇ ਜਿੰਨੇ ਸਰਪੰਚ ਸਾਹਿਬਾਨ, ਜਿੰਨੇ ਸਾਡੇ ਮੈਂਬਰ ਸਾਹਿਬਾਨ, ਜਿੰਨੇ ਦਿਨ ਆ ਮੇਰੀ ਟਿਕਟ ਅਨਾਊਂਸਮੈਂਟ ਨੂੰ ਹੋਏ ਨੇ, ਹਰ ਰੋਜ਼ ਯਾਨੀ ਕਿ ਪੁਰਾਣੇ ਵਰਕਰ ਸਾਹਿਬਾਨ ਸਾਡੇ ਇਸ ਤਰੀਕੇ ਨਾਲ ਉਹਨਾਂ 'ਚ ਹੌਸਲਾ ਬਣਿਆ ਕਿ ਯਾਰ ਪਹਿਲੀ ਵਾਰ ਹੋਇਆ ਕਿ ਯਾਰ ਇਹ ਸਾਡੇ ਝੂਠੇ ਇੱਕ ਵਰਕਰ ਨੂੰ ਟਿਕਟ ਮਿਲੀ ਆ, ਸੋ ਅਸੀਂ ਜਾਨ ਲਾ ਦਾਂਗੇ ਇਹ ਚੀਜ਼ ਲਈ। ਆਮ ਆਦਮੀ ਪਾਰਟੀ ਵੀ ਇਹੀ ਚੀਜ਼ ਦੇ ਉੱਤੇ ਕ੍ਰੈਡਿਟ ਲੈ ਰਹੀ ਹੈ। ਕਹਿੰਦੇ ਅਸੀਂ ਤਾਂ ਇੱਕ ਸਰਪੰਚ ਨੂੰ ਟਿਕਟ ਦੇਤੀ, ਆਮ ਘਰ ਤੋਂ, ਕਹਿੰਦੇ ਗੁਰਮੇਲ ਘਰਾਚੋਂ ਦਾ ਸਰਪੰਚ ਜੋ ਨੇ ਉਹਨਾਂ ਨੂੰ ਟਿਕਟ ਦੇ ਕੇ ਕਹਿੰਦੇ ਅਸੀਂ ਤਾਂ ਉਹਨਾਂ ਨੂੰ ਲੋਕ ਸਭਾ ਤੱਕ ਭੇਜਣ ਦੇ ਲਈ ਵੀ ਤਿਆਰ ਕਰ ਦਿੱਤਾ। ਬਿਲਕੁਲ, ਇਹ ਉਹਨਾਂ ਲਈ ਵੀ ਚੰਗੀ ਗੱਲ ਆ ਜੀ, ਸਾਰੇ ਸਤਿਕਾਰਯੋਗ ਨੇ। ਪਰ ਮੈਂ ਦੱਸਣਾ ਚਾਹਣਾ, ਮੈਂ 2002 ਤੋਂ ਆਪਦੀ ਕਲਾਸ ਰਿਪਰੈਜ਼ੈਂਟੇਟਿਵ ਤੋਂ ਕੰਮ ਸ਼ੁਰੂ ਕਰਿਆ ਸੀ ਤੇ 2005 ਦੇ ਵਿੱਚ ਜਦੋਂ ਰੁਖਸਤ ਪ੍ਰੋਗਰਾਮ ਸੀ ਸਾਡਾ ਚੰਡੀਗੜ੍ਹ ਦੇ ਵਿੱਚ, ਉਦੋਂ ਭਗਵੰਤ ਮਾਨ ਜੀ ਐਜ਼ ਅ ਆਰਟਿਸਟ, ਮੇਰਾ ਭਰਾ ਸੀਗਾ, ਅਸੀਂ ਵਧੀਆ ਇਹਨਾਂ ਨਾਲ ਗੱਲਬਾਤ ਸਾਡੀ ਹੁੰਦੀ ਸੀ। ਉਦੋਂ ਸਾਡੇ ਲਈ ਯਾਨੀ ਕਿ ਐਜ਼ ਅ ਸੈਲੀਬ੍ਰਿਟੀ ਉੱਥੇ ਆਏ ਸੀਗੇ। ਮੈਂ ਉਦੋਂ ਦਾ ਰਾਜਨੀਤੀ ਦੇ ਵਿੱਚ ਕੰਮ ਕਰ ਰਿਹਾ ਲੋਕਾਂ ਲਈ। ਤੇ ਫਿਰ ਇਹ ਉਸ ਤੋਂ ਬਾਅਦ ਪੀਪੀ ਚਾਹੇ ਤਾਂ ਕਿਸਮਤ ਦੀਆਂ ਗੱਲਾਂ ਨੇ, ਉਹ ਸਿੱਧੀ ਛਾਲ ਮਾਰ ਕੇ ਉਹਨਾਂ ਨੂੰ ਇਹ ਮੌਕਾ ਮਿਲ ਗਿਆ ਤੇ ਅਸੀਂ ਹਜੇ ਜਦੋਂ ਜਹਿਦ ਸੰਘਰਸ਼ ਜਿਹੜਾ ਉਹ ਕਰਨ ਦੇ ਉੱਤੇ ਲੱਗੇ ਹੋਏ ਹਾਂ। ਹਾਲਾਂਕਿ ਸੀਐਮ ਦਾ ਆਪਣਾ ਗੜ ਹੈ, ਆਮ ਆਦਮੀ ਪਾਰਟੀ ਦੀ ਪੰਜਾਬ ਦੀ ਰਾਜਧਾਨੀ ਸੰਗਰੂਰ ਹੈ, ਔਰ ਇੱਕ ਕੇਕ ਵਾਕ ਹੋ ਜਾਂਦਾ ਹੈ ਪਾਰਟੀ ਵਾਸਤੇ। ਬਹੁਤ ਸਾਰੇ ਫੈਕਟਰ ਜਿਹੇ ਰਹਿਣਗੇ ਇਹਨਾਂ ਵਾਸਤੇ ਕਿ ਉਹ ਕਾਫੀ ਜ਼ਿਆਦਾ ਉਹਨਾਂ ਦੇ ਬੈਨੀਫਿਟ ਦੇ ਵਿੱਚ ਆਉਣਗੇ। ਮੈਨੂੰ ਲੱਗਦਾ ਹਰ ਇੱਕ ਹਲਕੇ 'ਚ 8 ਐਮਐਲਏ ਲਾਤੇ, ਮੰਤਰੀ ਮੰਤਰੀ ਪਹੁੰਚ ਗਏ, ਡਰਾਈ ਜਾਂਦੇ ਨੇ ਸਾਰਿਆਂ ਨੂੰ। ਇੱਥੇ ਸਵੇਰੇ ਗੱਲ ਹੋ ਰਹੀ ਸੀ, ਕਹਿੰਦਾ ਬਾਈ ਜੀ ਉਹ ਤਾਂ ਸਾਨੂੰ ਬੁਲਾ ਕੇ ਅੱਜ ਜਿੰਨੇ ਵੀ ਸਰਕਾਰੀ ਮੁਲਾਜ਼ਮ ਨੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਉਤਰ ਗਏ। ਪਰ ਲੋਕ ਬਹੁਤ ਸਿਆਣੇ ਨੇ ਬਾਈ, ਜਿਹੜੀ ਇਹ ਵੋਟ ਆ ਨਾ, ਇਹ ਕਿਹੜਾ ਕਿਸੇ ਨੇ ਦੇਖਣੀ ਆ ਤੁਸੀਂ ਕਿਹਨੂੰ ਪਾ ਕੇ ਚੁੱਪ ਕਰਕੇ ਮਸ਼ੀਨ ਦਾ ਬਟਨ ਉਹ ਮੇਰੇ ਹੱਕ 'ਚ ਦੱਬ ਕੇ ਆਉਣਗੇ। ਮੈਨੂੰ ਪੂਰਾ ਮਾਣ ਆ ਸੰਗਰੂਰ ਵਾਲਿਆਂ ਤੇ ਉਹਨਾਂ ਨੂੰ ਪਤਾ ਕਿ ਸਾਡਾ ਇਹ ਭਰਾ, ਛੋਟਾ ਭਰਾ, ਉਹਨਾਂ ਦੀ ਲੜਾਈ ਲੜ ਕੇ ਦਿਖਾਊਗਾ, ਕਿਉਂਕਿ ਅੱਜ ਤੱਕ ਮੈਂ ਲੜਾਈਆਂ ਹੀ ਲੜੀਆਂ ਨੇ ਜੀ। ਆਮ ਆਦਮੀ ਪਾਰਟੀ ਵੀ ਕਹਿੰਦੀ ਸੀ, ਕਹਿੰਦੇ ਚੁੱਪ ਚੁਪੀਤੇ ਕਹਿੰਦੇ ਝਾੜੂ ਵਾਲਾ ਬਟਨ ਦਬਾਉਣਗੇ ਔਰ ਚੀਕਾਂ ਕਹਿੰਦੇ ਬਟਨ ਦੀਆਂ ਕਢਾ ਦੇਣਗੇ। ਇਸ ਵਾਰ ਕੀ ਲੱਗਦਾ ਚੀਕਾਂ ਕਿਹਦੀਆਂ ਨਿਕਲਣੀਆਂ? ਐਤਕੀ ਮੈਨੂੰ ਉਮੀਦ ਆ ਗੁਰੂ ਮਹਾਰਾਜ ਤੇ ਮੇਰੇ ਲੋਕਾਂ ਤੇ ਵੀ ਐਤਕੀ ਉਹ ਸਾਰੀ ਚੀਜ਼ ਸਾਡੇ ਪੱਖ 'ਚ ਹੋਊਗੀ। ਔਰ ਜਿਸ ਤਰੀਕੇ ਦੇ ਨਾਲ ਗੋਲਡੀ ਤੁਸੀਂ ਹੁਣ ਤੱਕ ਘੁੰਮ ਵੀ ਰਹੇ ਹੋ, ਲੋਕਾਂ ਦੇ ਵਿੱਚ ਜਾ ਵੀ ਰਹੇ ਹੋ, ਲੋਕਾਂ ਦੇ ਕੀ ਇਸ ਵੇਲੇ ਇਸ਼ੂਜ਼ ਨੇ? ਬਹੁਤ ਸਾਰੇ ਅਸੀਂ ਜਿੰਨਾ ਕੁ ਫੀਡਬੈਕ ਹੁਣ ਲੈ ਰਹੇ ਕਿ ਇਹ ਗੱਲ ਕਹਿ ਰਹੇ ਨੇ, ਕਹਿੰਦੇ ਕਿ ਵਿਧਾਇਕ ਜਿਹੜੇ ਨੇ, ਕਿਉਂਕਿ 8 ਇਹਦੇ ਵਿੱਚ ਹਲਕੇ ਆਉਂਦੇ ਨੇ, ਕਹਿੰਦੇ ਮਿਲਦੇ ਨਹੀਂ ਹੈਗੇ, ਅਸੈਸਿਬਿਲਟੀ ਨਹੀਂ ਹੈ। ਪਹਿਲਾਂ ਕਹਿੰਦੇ ਜ਼ਰੂਰ ਸੀਗੀ, ਹੁਣ ਅਸੈਸਿਬਿਲਟੀ ਨਹੀਂ ਹੈ। ਵਾਕਈ ਹੈ ਗਰਾਊਂਡ ਦੇ ਉੱਤੇ? ਸਾਡੇ ਇੱਕ ਦਿਨ ਤੁਸੀਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸੁਣੀ ਹੋਣੀ ਆ, ਉਹਨਾਂ ਨੇ ਵੀਡੀਓ ਪਾਈ ਇੱਕ ਵਿਧਾਇਕ ਨੇ ਵੀ, ਦੇਖੋ ਯਾਰ ਛੋਟੇ ਛੋਟੇ ਕੰਮਾਂ ਲਈ ਮੈਨੂੰ ਟੈਲੀਫੋਨ ਨਾ ਕਰਿਆ ਕਰੋ, ਠੀਕ ਹੈ ਨਾ ਜੀ। ਭਰਾ ਜੋਣਾ ਨੇ ਨਹੀਂ, ਚਲੋ ਨਾਮ ਨਹੀਂ ਮੈਂ ਲੈਣਾ ਚਾਹੁੰਦਾ। ਸੋ ਬਾਈ ਜੀ, ਮੇਰਾ ਇਹ ਦਫ਼ਤਰ ਆ, ਇੱਕ ਮੇਰਾ ਬਾਹਰੇ ਦਫ਼ਤਰ ਆ। ਅੱਜ ਵੀ ਹਾਰਿਆ ਹੋਇਆ ਵੀ ਆ ਤਾਂ ਦੋਨੇ ਦਫ਼ਤਰਾਂ 'ਚ ਰੱਬ ਦੀ ਕਿਰਪਾ ਨਾਲ ਸਾਰਾ ਦਿਨ ਮੇਲਾ ਲੱਗਿਆ ਰਹਿੰਦਾ, ਠੀਕ ਹੈ ਨਾ। ਲੋਕਾਂ ਨੂੰ ਵਿਸ਼ਵਾਸ ਆ। ਹੁਣ ਲੋਕ ਜਾਣ ਕਿਹਦੇ ਕੋਲੇ, ਜੇ ਤੁਹਾਨੂੰ ਨੁਮਾਇੰਦਾ ਚੁਣਦੇ ਕਿਉਂ ਨੇ? ਮੈਂ ਕੀ ਆ? ਕੁਝ ਵੀ ਨਹੀਂ ਜੀ, ਮੈਂ ਇਹਨਾਂ ਦੇ ਸਿਰ ਤੇ ਹੀ ਆ। ਜਿਹੜੇ ਲੋਕ ਨੇ ਮੇਰੇ ਨਾਲ ਖੜੇ ਨੇ ਜੀ, ਜੇ ਮੈਂ ਇਹਨਾਂ ਦੇ ਕੰਮ ਹੀ ਨਹੀਂ ਆ ਸਕਿਆ ਤੇ ਫਿਰ ਸਾਨੂੰ ਐਮਐਲਏ ਬਣਨ ਦਾ ਜਾਂ ਮੈਂਬਰ ਪਾਰਲੀਮੈਂਟ ਬਣਨ ਦਾ ਕੀ ਆ? ਤੁਸੀਂ ਅੱਜ ਤੱਕ ਜਿਹੜਾ ਇਤਿਹਾਸ ਸੰਗਰੂਰ 'ਚ ਵਿਜੇਂਦਰ ਸਿੰਗਲਾ ਨੇ ਬਣਾਇਆ,
PGI ਹਸਪੀਟਲ, ਅੱਜ ਤੁਸੀਂ ਇਹਨਾਂ ਦੀ ਸਰਕਾਰ ਆਈ ਹੋਈ ਆ, ਉਹਦੇ ਹਾਲਾਤ ਦੇਖਿਓ ਤੁਸੀਂ ਯਾਰ। ਇੱਕ ਮੈਂਬਰ ਪਾਰਲੀਮੈਂਟ ਲਿਆ ਆ ਤਾਂ ਤੁਸੀਂ ਉਹਦਾ ਖਿਆਲ ਨਹੀਂ ਰੱਖ ਸਕਦੇ? ਮੈਂ ਰੱਖੂੰਗਾ, ਮੈਂ ਦਊਂਗਾ ਪਹਿਰਾ ਉਸ ਚੀਜ਼ ਦੇ ਉੱਤੇ, ਕਿਉਂਕਿ ਐਡਾ ਵੱਡਾ ਹਸਪੀਟਲ ਸਾਡੇ ਲਈ। ਇੱਕ ਵੀ ਇਹਨਾਂ ਦੀ ਪਿਛਲੇ 8 ਸਾਲਾਂ 'ਚ ਕੋਈ ਅਚੀਵਮੈਂਟ ਗਣਾਉਣ, ਕਿਸੇ ਪਿੰਡ 'ਚ ਇਹਨਾਂ ਨੇ ਸਟੇਡੀਅਮ ਬਣਾਇਆ ਹੋਵੇ, ਕੋਈ ਹਸਪੀਟਲ ਦੀ ਰੈਨੋਵੇਸ਼ਨ ਕਰੀ ਹੋਵੇ, ਕਿਸੇ ਚੀਜ਼ ਤੇ ਐਜੂਕੇਸ਼ਨ ਤੇ ਕੋਈ ਗ੍ਰਾਂਟਾਂ ਦਾ ਬਹੁਤ ਲੈ ਕੇ ਆਏ ਸੀਐਮ ਸਾਹਿਬ, ਕਹਿੰਦੇ ਸੀਐਮ ਸਾਹਿਬ ਨੇ ਬਹੁਤ ਗ੍ਰਾਂਟਾਂ ਲੈ ਕੇ ਆਏ, ਵਿਦੇਸ਼ਾਂ ਤੋਂ ਬੱਚੇ ਨੂੰ ਬਹੁਤ ਇੱਥੇ ਪੰਜਾਬ ਦੇ ਵਿੱਚ ਵਾਪਸ ਮੋੜਿਆ, ਪਿੰਡ ਵੀ ਜਿਹੜਾ ਉਹਨਾਂ ਨੇ ਅਡਾਪਟ ਕੀਤਾ ਹੋਇਆ ਸੀ। ਕੀ ਗਰਾਊਂਡ ਰਿਪੋਰਟ ਕੀ ਹੈ? ਹੁਣ ਨਾ ਬਾਈ ਇੱਥੇ ਨਾ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਵੀ ਧੂਰੀ ਵਾਲੇ ਨਾਲ ਲੋਕ ਫੋਟੋਆਂ ਖਿਚਾਉਣਾ ਆਇਆ ਕਰਨਗੇ। ਹੁਣ ਕੱਲ ਸਾਡੇ BJP ਵਾਲੇ ਉਮੀਦਵਾਰ ਨੇ ਕਹਿਤਾ ਵੀ ਸੰਗਰੂਰ 'ਚ ਹਵਾਈ ਅੱਡਾ ਬਣਾਵਾਂਗੇ। ਹੁਣ ਉਹ ਸਿੱਧਾ ਹੀ ਸੌਖਾ ਕਰਤਾ, ਸਿੱਧਾ ਬਾਹਰੋਂ ਸਾਡੇ ਨੌਜਵਾਨ ਉਰੇ ਆਇਆ ਕਰਨਗੇ, ਉਰੋਂ ਧੂਰੀਆਂ ਫੋਟੋ ਖਿਚਾ ਕੇ ਉਹ ਫੇਰ ਵਗ ਜਾ ਕਰਨਗੇ। ਸੋ ਇਹ ਜਿਹੜੀਆਂ ਜ਼ਮੀਨੀ ਹਕੀਕਤ ਵਾਲੀਆਂ ਗੱਲਾਂ ਨਹੀਂ ਹੈਗੀਆਂ ਸਾਨੂੰ ਬਾਈ ਜੀ। ਅੱਜ ਪਹਿਲਾਂ ਫਰਸਟ ਬੇਸਿਕ ਇਨਫਰਾਸਟ੍ਰਕਚਰ ਨੇ ਜਿਹੜੇ ਸਾਡੇ, ਚਾਹੇ ਪਿੰਡਾਂ ਦੇ ਨੇ, ਸਾਡੇ ਚਾਹੇ ਸਕੂਲ ਨੇ, ਚਾਹੇ ਸਾਡੇ ਹਸਪੀਟਲ ਨੇ, ਸਾਡਾ ਪਾਣੀ ਹੇਠਾਂ ਪੱਧਰ ਤੇ ਜਾ ਰਿਹਾ। ਸਾਡੇ ਸੰਗਰੂਰ ਪੈਪਸੀ ਕੰਪਨੀ ਹੈ ਜੀ, ਉਹ ਆਲੂ ਬਾਹਰੋਂ ਪਰਚੇਜ ਕਰਦੀ ਹੈ ਸਾਰਾ। ਕੀ ਸਾਡੇ ਸੰਗਰੂਰ ਵਾਲਿਆਂ ਕੋਲੇ, ਸਾਡੇ ਕੋਲੇ ਜ਼ਮੀਨ ਨਹੀਂ ਹੈਗੀ? ਕੀ ਅਸੀਂ ਨਹੀਂ ਆਲੂ ਪ੍ਰੋਡਿਊਸ ਕਰ ਸਕਦੇ? ਅਸੀਂ ਉਹਨਾਂ ਨਾਲ ਬੈਠ ਕੇ, ਮੈਂ ਲੜੂੰਗਾ ਕਿਸਾਨਾਂ ਦੀ ਇਹ ਲੜਾਈ ਵੀ ਸਾਡੇ ਨਾਲ ਕੰਟਰੈਕਟ ਹੋਵੇ ਸਾਡੇ ਕਿਸਾਨਾਂ ਨਾਲ, ਤੇ ਉਹ ਆਲੂ ਸਾਡੇ ਆਲੇ ਦੁਆਲੇ ਡਿਵਰਸੀਫਿਕੇਸ਼ਨ ਆਟੋਮੈਟਿਕਲੀ ਹੋ ਜਾਣੀ ਆ। ਇੱਥੇ KRBL ਆ ਜੀ, ਸਾਰੀ ਜੀਰੀ ਬਾਹਰੋਂ ਪਰਚੇਜ ਕਰਦੇ ਨੇ। ਕੀ ਸਾਡੇ ਕੋਲੇ ਆਲੇ ਦੁਆਲੇ ਇਹ ਸਿਸਟਮ ਨਹੀਂ ਹੈਗਾ ਜੀ? ਇਹ ਲੜਾਈਆਂ ਲੜਾਂਗੇ ਤੇ ਲੋਕਾਂ ਦੇ ਵਧੀਆ ਤਰੀਕੇ ਨਾਲ। ਪਹਿਲਾਂ ਤਾਂ ਮੇਰਾ ਇੱਕ ਦਾਇਰਾ ਸੀਮਤ ਸੀ, ਹੁਣ ਤਾਂ ਮੈਂ ਲੋਕ ਸਭਾ ਦੇ ਵਿੱਚ ਬੋਲ ਸਕਦਾ ਜੇ ਮੈਨੂੰ ਲੋਕ ਮੌਕਾ ਦੇਣਗੇ। ਸੈਂਟਰ ਸਰਕਾਰ ਤੋਂ ਜਿੰਨੀਆਂ ਮਰਜ਼ੀ ਸਕੀਮਾਂ ਲਿਆਓ, ਉਹ ਕਿਹੜਾ ਉਰੇ ਪੰਜਾਬ ਵਾਲਿਆਂ ਵਾਂਗੂ ਇਹਨਾਂ ਵਾਂਗੂ ਵੀ MLA ਨੂੰ ਫੰਡ ਨਹੀਂ ਦੇਣੇ, ਉੱਥੇ ਤਾਂ ਸਿੱਧਾ MP ਨੂੰ ਫੰਡ ਆਉਣੇ ਨੇ। ਇੱਕ ਖਾਸ ਗੱਲ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹਣਾ ਬਾਈ ਜੀ, ਇਹ ਜਿਹੜੀ ਜਿਮਣੀ ਚੋਣ ਆ, ਇਹਦਾ ਪੰਜਾਬ ਸਰਕਾਰ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਜਿਹੜਾ ਬੰਦਾ ਜਿੱਤ ਕੇ ਜਾਊਗਾ, ਇਹ ਤੁਹਾਡਾ ਨੁਮਾਇੰਦਾ ਦਿੱਲੀ 'ਚ ਜਾ ਕੇ ਬੈਠੂਗਾ, ਤੇ ਇੱਥੇ ਸਰਕਾਰ ਦਾ ਇਹਦੇ ਤੇ ਕੋਈ ਰੋਲ ਨਹੀਂ। ਇਹ ਤਾਂ ਸਿਰਫ ਅੱਜ ਜਿਵੇਂ ਇਹ ਡਰਾ ਧਮਕਾ ਰਹੇ ਨੇ, ਪਰ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਕਹਿਣਾ ਚਾਹਣਾ, ਤੁਹਾਡੇ ਨਾਲੋਂ 5 ਫੁੱਟ ਮੂਹਰੇ ਖੜਾ ਹੋਊਗਾ ਤੁਹਾਡਾ ਭਰਾ, ਤੁਹਾਡੇ ਤੇ ਤੱਤੀ ਵਾਹ ਨਹੀਂ ਲੱਗਣ ਦਿੰਦਾ ਕਿਸੇ ਚੀਜ਼ 'ਚ ਵੀ। ਸੋ ਕਾਇਮ ਹੋ ਕੇ ਰਿਹੋ, ਆਪਾਂ ਨੂੰ ਦਬਨ ਦੀ ਡਰਨ ਦੀ ਲੋੜ ਨਹੀਂ ਹੈਗੀ। ਆਪਾਂ ਗੁਰੂ ਮਹਾਰਾਜ ਦਾ ਆਪਣੇ ਤੇ ਓਟ ਆਸਰਾ, ਤੇ ਆਪਾਂ ਅੱਜ ਤੱਕ ਮਿਹਨਤ ਕਰੀ ਆ ਤੇ ਇਨ ਫਿਊਚਰ ਵੀ ਮਿਹਨਤ ਕਰਨੀ ਹੈ। ਦਿੱਲੀ ਜਾ ਕੇ ਨੁਮਾਇੰਦਾ ਬੈਠੂਗਾ, ਔਰ ਦਿੱਲੀ ਵਾਲਿਆਂ ਨੇ ਜਿਹੜਾ ਇੱਥੇ ਨੁਮਾਇੰਦਾ ਭੇਜਿਆ ਹੈ, BJP ਦੀ ਕੇਂਦਰ ਦੀ ਮੈਂ ਗੱਲ ਕਰ ਰਿਹਾ, ਕੇਵਲ ਢਿੱਲੋਂ, ਕਹਿੰਦੇ ਕਿ ਪਾਰਟੀ ਦੇ ਵਿੱਚ ਉਹਨਾਂ ਦਾ ਮਕਸਦ ਜਿੱਤਣਾ ਨਹੀਂ ਹੈ, ਕਾਂਗਰਸ ਨੂੰ ਵੀਕਨ ਕਰਨ ਦਾ ਹੈ, ਕਮਜ਼ੋਰ ਕਰਨ ਦਾ ਹੈ, ਕਾਂਗਰਸ ਮੁਕਤ ਪੰਜਾਬ ਕਰਨਾ ਹੈ, ਭਾਰਤ ਬਣਾਉਣਾ ਜੋ ਨਾਰਾ ਦਿੱਤਾ ਹੈ, ਉਸ ਦੇ ਚਲਦੇ ਹੋਏ ਕਹਿੰਦੇ ਕੇਵਲ ਢਿੱਲੋਂ ਨੂੰ ਵੀ ਉਹਨਾਂ ਨੇ ਮੈਦਾਨ 'ਚ ਉਤਾਰ। ਬਾਈ ਜੀ ਇਹ ਨਾ ਬੜੀ ਆਪਦੇ ਆਪ ਨੂੰ ਸ਼ਰਮ ਜਿਹੀ ਆਉਂਦੀ ਹੈ ਇਹ ਗੱਲ ਤੇ। ਕਿੱਥੇ ਵਿਚਾਰਧਾਰਾ ਰਹੇਗੀ ਤੁਹਾਡੀ? ਸਾਰਾ ਤੁਸੀਂ ਸਰਕਾਰਾਂ ਦੇ ਵਿੱਚ ਸਭ ਕੁਝ ਹੰਢਾਇਆ, ਅੱਜ ਤੁਸੀਂ ਮੌਕਾ ਛੱਡ ਕੇ, ਜਦੋਂ ਲੋੜ ਸੀ ਪਾਰਟੀ ਨੂੰ, ਅੱਜ ਤੁਸੀਂ ਛੱਡ ਕੇ ਭੱਜਦੇ ਹੋ। ਬੰਦਾ ਤਾਂ ਅਸਲੀ ਉਹ ਹੁੰਦਾ ਜਿਹੜਾ ਔਖੇ ਸਮੇਂ ਕੰਮ ਆਵੇ, ਠੀਕ ਹੈ ਨਾ ਜੀ। ਸੌਖੇ ਸਮੇਂ ਤਾਂ ਬਾਈ ਜੀ ਸਾਰੀ ਨਾਲ ਮੋਢਾ ਜੋੜ ਕੇ ਖੜ ਜਾਂਦੇ ਨੇ। ਸੋ ਵਿਚਾਰਧਾਰਾ ਦੀ ਜੇ ਮੈਂ ਗੱਲ ਕਰਾਂ, ਪਿਛਲੀ ਵਾਰ ਲੋਕ ਸਭਾ ਦੇ ਕੈਂਡੀਡੇਟ ਇਹ ਸੀਗੇ ਉਰੋਂ ਇੱਥੋਂ, ਜਿਹੜੇ ਅੱਜ BJP 'ਚ ਚਲੇ ਗਏ। ਲੱਖ ਵੋਟ ਉਹਨਾਂ ਦੀ ਸੀਗੀ, ਤਾਂ ਲੱਗਦਾ ਸਾਰਿਆਂ ਨੇ ਉਹਨਾਂ ਲਈ ਮਿਹਨਤ ਕਰੀ। ਵਰਕਰਾਂ ਦੀ ਕੀ ਕਮੀ ਆ? ਅੱਜ ਅਗਲੇ ਨੇ ਆਪਦਾ ਫਾਇਦਾ ਦੇਖਿਆ, ਛਾਲ ਮਾਰ ਕੇ ਉਧਰ ਚਲਿਆ ਗਿਆ, ਠੀਕ ਹੈ ਨਾ। ਜਿਹੜੇ ਇੱਕ ਹੋਰ ਮੰਤਰੀ ਸਾਹਿਬ ਇੱਥੇ ਤਪੇ ਵਾਲੀ ਸਾਈਡ ਬੈਠੇ ਨੇ, ਜਦੋਂ ਯੂਨੀਵਰਸਿਟੀ ਲੀਡਰ ਹੁੰਦਾ ਸੀ ਨਾ ਬਾਈ, ਕੱਲੇ ਮਹੱਲੇ 'ਚ ਚੰਡੀਗੜ੍ਹ ਜਾਂਦਾ ਸੀ ਉਹਨਾਂ ਦੀ ਚੋਣ ਪ੍ਰਚਾਰ ਕਰਨ ਲਈ। ਅੱਜ ਉਹ ਆਪਦੇ ਛੋਟੇ ਭਰਾ ਦੀਆਂ ਵੋਟਾਂ ਤੋੜ ਰਹੇ ਨੇ ਇੱਥੇ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਪਰ ਹੁਣ ਲੋਕ ਸਮਝ ਚੁੱਕੇ ਨੇ। ਚੰਗਾ ਹੋਇਆ ਕਾਂਗਰਸ ਕਿਉਂ ਨਹੀਂ ਇਹ ਚੀਜ਼ ਨੂੰ ਕੰਟਰੋਲ ਕਰ ਪਾਈ? 4 ਸਾਬਕਾ ਮੰਤਰੀ ਜਾਣੇ, ਆਪਣੇ ਆਪ ਦੇ ਵਿੱਚ ਇੱਕ ਵੱਡਾ ਆਪਾਂ ਘਾਟਾ ਕਹਿ ਸਕਦੇ ਹਾਂ। ਗੋਲਡੀ ਜੀ ਮੇਰੀ ਗੱਲ ਸੁਣੋ, ਕੰਟਰੋਲ ਕੀ ਹੁੰਦਾ? ਤੁਹਾਨੂੰ ਅਸੀਂ ਜ਼ਿੰਮੇਵਾਰੀ ਦਿੰਦੇ ਆ ਇੰਨੀ ਵੱਡੀ ਕਿ ਤੁਸੀਂ ਜੀ ਮਿਨਿਸਟਰ ਰਹੋਗੇ, ਬਟ ਜਦੋਂ ਪਾਰਟੀ ਹਾਰ ਜਾਂਦੀ ਆ, ਉਦੋਂ ਤਾਂ ਮਿਨਿਸਟਰ ਦਾ ਫਰਜ਼ ਬਣਦਾ ਨਾ ਵੀ ਯਾਰ ਮੈਨੂੰ ਚੰਗੇ ਟਾਈਮ ਮਿਨਿਸਟਰ ਬਣਾ ਕੇ ਰੱਖਿਆ ਸੀ ਇਹਨਾਂ ਨੇ। ਅੱਜ ਤੁਹਾਡਾ ਫਰਜ਼ ਆ ਖੜਨ ਦਾ। ਇਹ ਸਮਕਾ ਬਹੁਤ ਵਧੀਆ ਗੱਲ ਆ ਜੀ। ਸਾਡੇ ਨੌਜਵਾਨਾਂ ਨੂੰ, ਜਿਵੇਂ ਰਾਜਾ ਬਾਈ ਕਹਿੰਦੇ ਨੇ ਵੀ ਅਸੀਂ ਸਰਪੰਚਾਂ ਨੂੰ ਟਿਕਟਾਂ ਦੇਵਾਂਗੇ, ਅਸੀਂ ਬਲਾਕ ਸੰਮਤੀ ਮੈਂਬਰਾਂ ਨੂੰ ਦੇਵਾਂਗੇ, ਅਸੀਂ ਜ਼ਿਲ੍ਹਾ ਪਰਿਸ਼ਦ ਮੈਂਬਰਾਂ ਨੂੰ ਦੇਵਾਂਗੇ, ਅਸੀਂ MCA ਨੂੰ ਟਿਕਟਾਂ ਦੇਵਾਂਗੇ। ਨਵੀਂ ਜਨਰੇਸ਼ਨ ਨੂੰ ਮੌਕਾ ਮਿਲਿਆ ਇਹ ਚੀਜ਼ ਦੇ ਨਾਲ। ਕੰਟਰੋਲ ਹੀ ਨਹੀਂ ਰਿਹਾ ਪਾਰਟੀ ਦੇ ਵਿੱਚ, ਡਿਸਪਲਿਨ ਨਹੀਂ ਰਿਹਾ। ਜਿਸ ਦਾ ਦਿਲ ਕਰਦਾ ਸੀ ਉਹ ਬੋਲ ਦਿੰਦਾ ਸੀ, ਜਿਸ ਦਾ ਦਿਲ ਕਰਦਾ ਸੀਗਾ ਉਹ ਕਿਸੇ ਨੂੰ ਕਾਊਂਟਰ ਕਰ ਦਿੰਦਾ ਸੀਗਾ। ਚੰਨੀ ਬੋਲਦੇ ਸੀ, ਸਿੱਧੂ ਉਹਨੂੰ ਕਾਊਂਟਰ ਕਰ ਦਿੰਦੇ ਸੀ। ਤਾਂ ਡਿਸਪਲਿਨ ਨਾਮ ਦੀ ਕੋਈ ਚੀਜ਼ ਹੀ ਨਹੀਂ ਸੀ, ਔਰ ਹਾਈ ਕਮਾਂਡ ਦੀ ਵੀ ਕੋਈ ਇਸ ਦੇ ਵਿੱਚ ਦਖਲਅੰਦਾਜ਼ੀ ਨਹੀਂ ਸੀ, ਉਹਨਾਂ ਦੀ ਵੀ ਕੋਈ ਇਸ ਦੇ ਵਿੱਚ ਸਿੰਸੀਅਰਟੀ ਨਹੀਂ ਸੀ। ਪੁਰਾਣੇ ਟਾਈਮ ਦੇ ਵਿੱਚ ਜ਼ਰੂਰ ਜਿਹੜੀਆਂ ਗੱਲਾਂ ਹੋਈਆਂ ਨੇ, ਸ਼ਾਇਦ ਉਹਦਾ ਖਮਿਆਜਾ ਸਾਨੂੰ ਪਿਛਲੀਆਂ MLA ਦੀਆਂ ਚੋਣਾਂ 'ਚ ਭੁਗਤਣਾ ਵੀ ਪਿਆ। ਪਰ ਜਿਹੜੇ ਇੱਥੇ ਖਰਾਬ ਕਰ ਰਹੇ ਸੀ, ਕੱਲ ਤੁਸੀਂ ਨੇ ਦੇਖਿਆ ਇੱਕ ਬੰਦੇ ਨੂੰ, ਸਾਡੇ ਪੁਰਾਣੇ ਲੀਡਰ ਸੀ, ਉਹਨਾਂ ਨੂੰ ਬਾਹਰ ਕੱਢਿਆ। ਬਿਲਕੁਲ ਹੁਣ ਨਹੀਂ ਇਹ ਟੋਲਰੈਂਸ। ਤੇ ਮੈਂ ਤੁਹਾਨੂੰ ਦੱਸਣਾ ਚਾਹਣਾ, ਕਈ ਮੇਰੇ ਤੋਂ ਭਰਾ ਪੁੱਛਦੇ ਨੇ ਬਾਈ ਜੀ ਹੁਣ ਘਰ ਘਰ ਵਾਪਸੀ ਕਿਸੇ ਦੀ ਨਹੀਂ ਹੋਣੀ। ਸਿੱਧੀ ਜੀ ਗੱਲ ਆ। ਹੁਣ ਨੌਜਵਾਨਾਂ ਨੇ ਮੋਰਚਾ ਸੰਭਾਲ ਲਿਆ, ਤੇ ਮਿਹਨਤ ਵਾਲੇ ਬੰਦੇ ਹੀ ਮਿਹਨਤ ਵਾਲੇ ਨੂੰ ਅੱਗੇ ਲਿਆ ਸਕਦਾ। ਮਿਹਨਤ ਕਰਨ ਵਾਲਾ ਬੰਦਾ ਮਿਹਨਤ ਕਰਨ ਵਾਲੇ ਬੰਦੇ ਨੂੰ ਲਿਆ ਸਕਦਾ, ਇਕੱਲੇ ਮਿਨਿਸਟਰ ਨਹੀਂ ਬਾਈ ਜੀ। ਇਹਨਾਂ ਦੀਆਂ ਫੈਮਲੀਜ਼ ਦੇਖਿਓ ਅੱਗੇ ਕਿੰਨੇ ਬੰਦਿਆਂ ਨੂੰ ਟਿਕਟਾਂ ਮਿਲੀਆਂ, ਕਿਹੜੀਆਂ ਚੀਜ਼ ਦੇ ਉੱਤੇ ਕਾਬਜ ਰਹੇ। ਕਿ ਹਰ ਇੱਕ ਅਹੁਦਾ ਤਾਂ ਇਹਨਾਂ ਕੋਲ ਆ ਜੀ। ਆ ਮੇਰੇ ਟੱਬਰ 'ਚੋਂ ਇੱਕ ਵੀ ਦੱਸ ਦਿਓ
ਕਿਸੇ ਚੀਜ਼ ਦਾ। ਸਾਰੇ ਸਾਡੇ ਪੁਰਾਣੇ ਵਰਕਰ ਜਿੰਨੇ ਉਰੇ ਖੜੇ ਨੇ ਇਹਨਾਂ ਤੋਂ ਪੁੱਛਿਓ, ਪੁੱਛ ਕੇ ਵੀ ਦੱਸ ਬਈ ਜ਼ਿਲ੍ਹਾ ਪਰਿਸ਼ਦ ਲੜਨੀ ਆ, ਦੱਸੋ ਕੀ ਮਿਊਨਿਸਪਲ ਕਮੇਟੀ ਦਾ MC ਲੜਨਾ, ਤੁਸੀਂ ਕੀ ਲੜਨਾ। ਸੋ ਮੇਰੇ ਕਹਿਣ ਦਾ ਮਤਲਬ ਇਹ ਗੱਲਾਂ ਤਾਂ ਨਹੀਂ, ਘਾਟੇ ਤਾਂ ਨਹੀਂ ਪੂਰੇ ਹੁੰਦੇ, ਫਿਰ ਵੀ ਟੱਬਰ ਦੇ ਜੀ ਹੁੰਦੇ ਨੇ ਚਲੇ ਗਏ, ਬਟ ਉਹਨਾਂ ਨੂੰ ਇਹ ਚੀਜ਼ ਮਹਿਸੂਸ ਕਰਨੀ ਚਾਹੀਦੀ ਸੀ। ਘਾਟਾ ਜਿਹੜਾ ਸਿੱਧੂ ਮੂਸੇਵਾਲਾ ਦਾ ਪਿਆ ਹੈ, ਕੀ ਲੱਗਦਾ ਹੈ ਇਸ ਦਾ? ਹਾਲਾਂਕਿ ਮੈਨੂੰ ਲੱਗਦਾ ਕਵਰੇਜ ਅਸੀਂ ਵੀ ਅੱਜ ਸ਼ੁਰੂ ਕੀਤੀ ਹੈ, ਕਿਉਂਕਿ ਅਸੀਂ ਵੀ ਇਹੀ ਵੇਟ ਕਰ ਰਹੇ ਸੀ ਭੋਗ ਜਿਹੜਾ ਹੈ ਉਹ ਸਿੱਧੂ ਦਾ ਹੋਵੇ, ਕਿਉਂਕਿ ਅਜੇ ਵੀ ਮੈਨੂੰ ਲੱਗਦਾ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਦਰਦ ਹੈਗਾ। ਈਵਨ ਕਿ ਅਸੀਂ ਵੀ ਜਦੋਂ ਹੁਣ ਗਰਾਊਂਡ ਦੇ ਉੱਤੇ ਹਾਂ, ਉਹ ਚੀਜ਼ਾਂ ਵਾਰ-ਵਾਰ ਸਟ੍ਰਾਈਕ ਕਰਦੀਆਂ ਨੇ। ਇਹ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ, ਪਰ ਕੀ ਲੱਗਦਾ ਹੈ ਕਿ ਇਸ ਦਾ ਲੋਕਾਂ ਦੇ ਵੱਲੋਂ ਵੀ ਕੁਝ ਰਿਜ਼ੈਂਟਮੈਂਟ ਸ਼ੋ ਕੀਤੀ ਜਾਊ? ਇਹਨੂੰ ਮੈਂ ਪੋਲੀਟੀਕਲ ਤੌਰ ਤੇ ਨਹੀਂ ਗੱਲ ਕਰੂੰਗਾ। ਸਾਡਾ ਜਿੱਥੇ ਉਹ ਪਾਰਟੀ ਕੁਲੀਗ ਸੀ, ਉੱਥੇ ਉਸ ਤੋਂ ਪਹਿਲਾਂ ਸਾਡਾ ਭਰਾ ਸੀ, ਉਹ ਸਾਡੇ ਨਾਲ ਬੜੇ ਵਧੀਆ ਤਰੀਕੇ ਨਾਲ, ਹਾਲਾਂਕਿ ਮੈਂ ਲੋਕਾਂ ਨੂੰ ਇਹ ਦੱਸਣਾ ਚਾਹਣਾ ਜਿਹੜੇ ਲੋਕ ਉਹਨੂੰ ਨਹੀਂ ਮਿਲੇ, ਗਾਣਿਆਂ 'ਚ ਉਹਦਾ ਇੱਕ ਕਿਰਦਾਰ ਅਲੱਗ ਸੀ। ਜੇ ਤੁਸੀਂ ਉਹਨੂੰ ਆਮ ਸਧਾਰਨ ਬੰਦੇ ਵਾਂਗੂ ਮਿਲਦੇ ਤਾਂ ਉਹ ਟੋਟਲੀ ਡਿਫਰੈਂਟ ਸੀ। ਉਹ ਐਡਾ ਸ਼ਾਇਬ ਬੰਦਾ ਸੀ, ਐਡਾ ਸ਼ਰੀਫ ਬੰਦਾ ਸੀ। ਤੁਸੀਂ ਜੋ ਆਂਟੀ ਨੇ ਉਸ ਦਿਨ ਗੱਲ ਕਹੀ, ਜਾਂ ਜਿਵੇਂ ਮੇਰੀ ਵਾਈਫ ਨੇ ਗੱਲ ਕਹੀ ਵੀ ਜਦੋਂ ਮਾਂ ਆਪਦੇ ਪੁੱਤਾਂ ਦਾ ਜੂੜਾ ਕਰੂਗੀ ਤਾਂ ਉਹਨੂੰ ਸਿੱਧੂ ਮੂਸੇਵਾਲਾ ਯਾਦ ਆਊਗਾ, ਪੱਗ ਉਹਨੇ ਕਹੀ, ਤੇ ਇਹ ਚੀਜ਼ਾਂ ਇੱਕ ਜਾਂਦਾ ਜਾਂਦਾ ਬੰਦਾ ਸੁਨੇਹਾ ਦੇ ਗਿਆ। ਉਹਦੀ ਮਾਤਾ ਨੇ ਕਿਹਾ ਵੀ ਇੱਕ ਦਰਖਤ ਤੁਸੀਂ ਜਿੰਨੇ ਉਰੇ ਨੌਜਵਾਨ ਆਏ ਹੋ ਸਾਰੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ। ਦੇਖੋ ਇੰਨੀ ਦਲੇਰੀ ਜਾਂ ਇੰਨਾ ਮਾਂ ਪਿਓ ਦਾ ਆਪਦੇ ਬੇਟੇ ਨੂੰ ਅੰਤਿਮ ਸ਼ਰਧਾਂਜਲੀ ਸਮੇਂ ਖੜ ਕੇ ਬੋਲਣਾ, ਤੇ ਮੈਨੂੰ ਲੱਗਦਾ ਕਿ ਐਡਾ ਵੱਡਾ ਜੇਰਾ ਗੁਰੂ ਮਹਾਰਾਜ ਦੀ ਬਖਸ਼ਿਸ਼ ਆ ਜੀ ਉਹਨਾਂ ਸੀ। ਤੋਂ ਇਹ ਲੋਕਾਂ ਨੂੰ ਸਮਝ ਹੀ ਨਹੀਂ ਆਈ ਵੀ ਉਹ ਬੰਦਾ ਕੀ ਚੀਜ਼ ਆ। ਉਹਨੂੰ ਯਾਰ ਸਾਰੀਆਂ ਕੰਟਰੀਆਂ ਤਕਰੀਬਨ 150 ਤੋਂ ਉੱਪਰ ਕੰਟਰੀਜ਼ ਗੂਗਲ ਉਹਨੂੰ ਸਰਚ ਕਰ ਰਹੇ ਨੇ। ਸਭ ਤੋਂ ਅੱਜ ਉਹਦਾ ਸਭ ਤੋਂ ਵੱਧ ਕਰੇਜ਼ ਆ, ਠੀਕ ਹੈ ਨਾ ਜੀ। ਤੇ ਅਸਲ ਆਪਣੀ ਤਰਾਸ਼ਦੀ ਇਹੀ ਆ ਵੀ ਜਾਣ ਤੋਂ ਬਾਅਦ ਸਮਝਦੇ ਆ, ਜਾਣ ਤੋਂ ਬਾਅਦ ਸਮਝਦੇ ਆ, ਜਦੋਂ ਮੌਕਾ ਨਿਕਲ ਜਾਂਦਾ ਉਸ ਤੋਂ ਬਾਅਦ ਸਮਝਦੇ ਆ ਕਿ ਯਾਰ ਇਹ ਚੀਜ਼ ਉਹ ਹੋਈ। ਸੋ ਸਾਡੇ ਭਰਾ ਲਈ ਉਹਦਾ ਜੇ ਤੁਸੀਂ ਪਿਛਲੀਆਂ ਇੰਟਰਵਿਊ ਸੁਣੋਗੇ ਨਾ, ਤਾਂ ਮਾਨਸੇ ਲਈ ਉਹਨੇ ਕੈਂਸਰ ਹਸਪੀਟਲ ਬਾਰੇ ਸੋਚਿਆ ਹੋਇਆ ਸੀਗਾ ਕਿ ਆਪ ਇੰਨੀ ਤਰੱਕੀ ਕਰਕੇ ਬੰਬੇ ਜਿੱਥੇ ਮਰਜ਼ੀ ਉਹ ਫਲੈਟ ਲੈ ਸਕਦਾ ਸੀ। 5.5 ਕਰੋੜ ਰੁਪਏ ਦੀ ਤਾਂ ਉਹ ਟਰਨਓਵਰ ਭਰਦਾ ਸੀ ਸਾਲ ਦੀ। ਇੰਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਉਹਦੇ ਪਿੰਡ 'ਚ ਰਿਹਾ, ਪਿੰਡ 'ਚ ਘਰ ਪਾਇਆ, ਟਰੈਕਟਰ ਨਾਲ ਆਪ ਵਾਹੀ ਕਰਦਾ ਸੀ, ਜਮੀ ਦੇਸੀ ਸਾਡੇ ਵਾਂਗੂ ਉਹ ਕੁੱਤੇ ਕਾਤੇ ਰੱਖੇ ਉਹਨੇ, ਬੜਾ ਸਿੰਪਲ ਸਧਾਰਨ। ਤੇ ਉਹਨੂੰ ਇਹ ਚੀਜ਼ ਨੂੰ ਸਮਝ ਹੀ ਨਹੀਂ ਸਕੇ, ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕਰ ਹੀ ਨਹੀਂ ਸਕੇ। ਤੇ ਉਸ ਤੋਂ ਬਾਅਦ ਜਿਹੜੀ ਸੈਕਿੰਡ ਇਹਨਾਂ ਨੇ ਮਾੜੀ ਗੱਲ ਕਰੀ ਕਿ ਸੋਸ਼ਲ ਮੀਡੀਆ ਤੇ ਨਸ਼ਰ ਕਰਨਾ ਸਿਰਫ ਆਪਦੀ ਵਾਹ ਖੱਟਣ ਨੂੰ। ਦੂਜੇ ਬੰਦੇ ਨੈਗੇਟਿਵਿਟੀ ਤੇ ਵੱਧ ਅੱਜ ਖੁਸ਼ ਨੇ। ਅੱਜ ਤੁਸੀਂ ਮੇਰੇ ਤੋਂ ਕੋਈ ਚੀਜ਼ ਖੋਲੋ ਨਾ, ਤੁਸੀਂ ਮੈਨੂੰ ਐਂ ਖਿੱਚ ਲਓ, ਤਾਂ ਕੋਈ ਬੰਦਾ ਕਹਦੇ ਜੀ ਉਹ ਗਗਨ ਬਾਈ ਨੇ ਗੋਲਡੀ ਨੂੰ ਖਿੱਚ ਲਿਆ ਜੀ, ਉਹ ਚੀਜ਼ ਤੇ ਬਹੁਤ ਤਾੜੀਆਂ ਵੱਜਣਗੀਆਂ, ਪਰ ਕਦੇ ਪੋਜ਼ਿਟਿਵਿਟੀ ਵਾਲੀ ਗੱਲ ਨਹੀਂ ਕਰਨੀ। ਸੋ ਇਹ ਇਲੈਕਸ਼ਨ ਮੈਂ ਤਾਂ ਕਹਿਣਾ ਵੀ ਸਾਰੇ ਜਾਣੇ ਪੋਜ਼ਿਟਿਵ ਪਾਸੇ ਨੂੰ ਚੱਲੀਏ, ਆਪਾਂ ਆਪਦਾ ਦੱਸੀਏ ਕਿ ਆਪਾਂ ਕੀ ਕਰਨਾ ਚਾਹੁੰਦੇ ਹਾਂ। ਤੇ ਗਾਹਾਂ ਸੰਗਰੂਰ ਲੋਕ ਸਭਾ ਲਈ ਮੈਨੂੰ ਤਾਂ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਨੇ ਮਦਦ ਕਰੀ ਆ ਮੇਰੀ, ਤਾਂ ਹਮੇਸ਼ਾ ਹੀ, ਅੱਜ ਤੋਂ ਯੂਨੀਵਰਸਿਟੀ ਤੋਂ ਲੈ ਕੇ ਭਰਾਵਾਂ ਦੇ ਸਿਰ ਤੇ ਹੀ ਆ ਸਾਰਾ ਕੁਝ। ਸੋ ਮੇਰੀ ਤਾਂ ਲੋਕਾਂ ਨੂੰ ਵੀ ਤੇ ਨੌਜਵਾਨਾਂ ਨੂੰ ਇਹ ਅਪੀਲ ਆ ਕਿ ਭਰਾਵੋ, ਮੈਂ ਰੱਬ ਤੋਂ ਮੰਗ ਕੇ 5 ਸਾਲ ਲਏ ਸੀ, ਮੇਰਾ ਕੰਮ ਦੇਖ ਲਿਓ। ਜਿਹੜਾ ਵੀ ਪੱਤਰਕਾਰ ਭਾਈ ਆਉਂਦਾ ਸੀ ਉਹਨੂੰ ਹਰੇਕ ਅਗਲਾ ਕਹਿੰਦਾ ਸੀ ਗੋਲਡੀ ਨੇ ਕੰਮ ਤਾਂ ਬਹੁਤ ਕਰਾਏ ਨੇ, ਪਰ ਐਤਕੀ ਅਸੀਂ ਬਦਲਾਅ ਦੇਖਣਾ। ਬਦਲਾਅ ਵੀਰੇ ਤੁਸੀਂ ਨੇ ਦੇਖ ਲਿਆ, ਬਦਲਾਅ ਵੀ ਦੇਖ ਲਿਆ। ਹੁਣ ਇੱਕ ਵਾਰ ਭਰਾ ਨੂੰ ਮੌਕਾ ਦਿਓ, ਤੁਹਾਡੀਆਂ ਉਮੀਦਾਂ ਤੇ ਖਰਾ ਨਾ ਉਤਰਿਆ ਤਾਂ ਜਿੱਥੇ ਜਦੋਂ ਮਰਜ਼ੀ ਕਹਿ ਦਿਓ, ਜਦੋਂ ਮਰਜ਼ੀ ਅਸਤੀਫਾ ਦੇ ਦੂੰਗਾ। ਜੇ ਗੁਰੂ ਮਹਾਰਾਜ ਨੇ ਕਿਰਪਾ ਕਰੀ ਤੁਹਾਡਾ ਸਾਥ ਰਿਹਾ ਤਾਂ ਕੱਲੀ ਆਵਾਜ਼ ਜਿਹੜੀ ਬੁਲੰਦ ਕਰਨ ਲਈ, ਕੱਲੀ ਗੱਲ ਦੇ ਉੱਤੇ, ਇਹ ਤਾਂ ਦੇਖੋ 1.5 ਸਾਲ ਹੀ ਰਹਿੰਦਾ, 1.5 ਸਾਲ ਦੇ ਕੇ ਦੇਖੋ ਮੌਕਾ ਮੈਨੂੰ। ਜੇ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤਾਂ ਅੱਗੇ ਚੁਣ ਲਿਓ, ਨਹੀਂ 1.5 ਸਾਲ ਬਾਅਦ ਫਿਰ ਤੁਹਾਡੀ ਵਾਰੀ ਫੇਰ ਆ ਤੁਹਾਡੇ ਕੋਲੇ, ਕਿਉਂਕਿ ਇਹ ਸਾਡਾ ਅਧਿਕਾਰ ਆ। ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਟਾਈਮ ਬਹੁਤ ਥੋੜਾ ਮੇਰੇ ਤੋਂ, ਇੰਨਾ ਲੰਬਾ ਕੋਸ਼ਿਸ਼ ਅਸੀਂ ਬਹੁਤ ਕਰ ਰਹੇ ਹਾਂ, ਸਾਰਾ ਪਰਿਵਾਰ ਸਾਡਾ ਲੱਗਿਆ ਹੋਇਆ, ਬਟ ਫਿਰ ਵੀ ਜਿੱਥੇ ਮੈਂ ਨਹੀਂ ਪਹੁੰਚ ਸਕੂੰ, ਮੇਰਾ ਰਿਜ਼ਲਟ ਚਾਹੇ ਜਿੱਤਾਂ ਚਾਹੇ ਹਾਰਾਂ, ਪਰ ਵੀਰੇ ਜਿੰਨੇ ਮੇਰੀ ਕੌਂਸਟੀਚੁਐਂਸੀ ਦੇ ਪਿੰਡ ਨੇ, ਜਿੰਨੇ ਸ਼ਹਿਰ ਨੇ, ਮੇਰਾ ਸਫ਼ਰ ਇਹ ਜਾਰੀ ਰਹੂਗਾ। ਚਾਹੇ ਗੁਰੂ ਮਹਾਰਾਜ ਮੈਨੂੰ ਜਿੱਤ ਬਖਸ਼ਣ, ਚਾਹੇ ਗੁਰੂ ਮਹਾਰਾਜ ਮੈਨੂੰ ਹਾਰ ਬਖਸ਼ਣ, ਪਰ ਮੈਂ ਹਮੇਸ਼ਾ ਲੋਕਾਂ ਨਾਲ ਖੜਾ ਰਹੂੰਗਾ। ਮੇਰੀ ਪਾਰਟੀ ਨੇ ਮੇਰੇ ਤੇ ਇੰਨਾ ਵਿਸ਼ਵਾਸ ਜਤਾਇਆ, ਸਾਰਿਆਂ ਦਾ ਧੰਨਵਾਦ। ਥੈਂਕ ਯੂ, ਬਹੁਤ ਧੰਨਵਾਦ ਗੋਲਡੀ ਜੀ, ਔਰ ਆਲ ਦਾ ਬੈਸਟ। ਤਾਂ ਦਲਵੀਰ ਗੋਲਡੀ ਇੱਕ ਵਾਰ ਫਿਰ ਮੈਦਾਨ ਦੇ ਵਿੱਚ ਨੇ, ਔਰ ਸਾਫ਼ ਤੌਰ ਦੇ ਉੱਤੇ ਕਹਿ ਰਹੇ ਕਿ 1.5 ਸਾਲ ਦੇਖੋ, ਜੇ ਨਾ ਖਰੇ ਉਤਰਿਆ ਤਾਂ ਅਸਤੀਫਾ ਵੀ ਦੇ ਦੇਵਾਂਗਾ। ਹੁਣ ਦੇਖਣਾ ਹੋਊਗਾ ਕਿ ਸੰਗਰੂਰ ਵਾਸੀ ਕਿਸ ਤਰੀਕੇ ਦਾ ਭਰੋਸਾ ਦਲਵੀਰ ਗੋਲਡੀ ਉੱਤੇ ਜਤਾਉਂਦੇ ਨੇ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ TV,